दसवें गोबिंद सिंह गुरु नमो चरण अरबिंद। जिसमें अमृत ज्ञान है माणिक भगत वैराग। गुरु ग्रंथ साहिब उदद बंदो कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एक अंकारा सतगुरु ते प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। तुमरे दरस करख मन लिया। एक आस नासी अब पिया। जगत विकारन ते पी शांति। और आनंद उपजा बहु भांति। तुमरे दरस करख मन लिया। वाहिगुरु जी का खालसा वाहिगुरु जी की फतेह। भगत वत्सल दीन दयाल सतगुरु धन धन श्री गुरु नानक देव साहिब जी महाराज। अमृत के दाते पंथ दे वाली धन धन श्री गुरु गोबिंद सिंह साहिब जी महाराज। धन धन श्री गुरु ग्रंथ साहिब जी महाराज। सतगुरु जी की साजी नवाजी गुरु प्यारी गुरु रूप साध संगत जीओ। आप जी कर्मां वाले वड्डियां भागां वाले वडभागी हो जो धन धन श्री गुरु अर्जन देव महाराज जी दे पावन पवित्र स्थान विखे हाजरियां भर के नतमस्तक हो रहे हो। सतगुरु जी दे सुंदर दरबार दीवान सजे हैं। आप संगतां ने सोहदार रहरास बाणी के जाप सरवण किए हैं। हुण जो गुर इतिहास की कथा रोजाना ही होंदी है उसका समा होया है। जिवें श्री गुरु नानक देव महाराज जी जंगल दे विच रहिंदे हन सुल्तानपुर। फकीरां साधां वाला भेख बनाया है जो भाव भगती का रस्ता उसनूं प्रगट करन वास्ते कि कलयुग के जीवां की खोटी मत हो गई है। खोटी जिहड़ी चाल हो गई है इसनूं नाश करन वास्ते महाराज ने इच्छा धारी है। जिस करके सच्चे पातशाह जी एकांत सुल्तानपुर विखे जंगलों च रह रहे हैं। इधर किसी मनुख ने जिहड़ा महाराज जी ने इस भेख विच देखिया जिस करके वो तलवंडी नगर गया। पिता कालू जी नूं माता तृप्ता जी नूं इस सारी गलबात दसी। सुन करके सारे परिवार नूं बड़ी घबराहट हुई कि किन्ना सोहना काम करते सी मोदी खाने का। चंगे जड़े वस्त्र ला करके दिया खफनी पा ली। साधु वाला भेख बना लिया है। माता पिता जी विचारते हैं भी जरूर इन्हों कोई तोटा हो गया है काम विच क्योंकि बहुत जड़ा पैसा है मोदी खाने विच लुटाई पुटाई जाते सन। तो हुण वो घाटा हो गया जिहदे करके छड्ड दिता इन्होंने काम। बहुत सिक्ख्या भी देंदे रहे समझाते रहे ये समझे कोई नहीं है। हुण इस गल नूं विचार करके पिता कालू जी ने जिहड़ा है
ਸੱਦਿਆ ਹੈ, ਬੁਲਾਇਆ ਹੈ ਮਰਦਾਨੇ ਨੂੰ ਕਿ ਭਾਈ ਮਰਦਾਨਾ ਜੀ ਤੁਸੀਂ ਸੁਲਤਾਨਪੁਰ ਜਾਓ ਅਤੇ ਸਾਰੀ ਖਬਰਸਾਰ ਮਹਾਰਾਜ ਜੀ ਦੀ ਲੈ ਕੇ ਆਓ। ਆਗਿਆ ਪਾ ਕੇ ਬੜੀ ਛੇਤੀ ਭਾਈ ਮਰਦਾਨਾ ਜੀ ਚਲੇ ਗਏ। ਸਭ ਤੋਂ ਪਹਿਲਾਂ ਭੈਣ ਨਾਨਕੀ ਦੇ ਘਰ ਗਏ ਹੈ। ਰਾਜੀ ਖੁਸ਼ੀ ਆਪੋ ਵਿੱਚ ਪੁੱਛੀ ਗਿੱਛੀ ਹੈ। ਭੈਣ ਨਾਨਕੀ ਜੀ ਨੇ ਬੜਾ ਸਤਿਕਾਰ ਕੀਤਾ ਅਤੇ ਬਿਠਾਇਆ ਵੀ ਇੱਥੇ ਬੈਠੋ। ਸਾਰੀ ਜਿਹੜੀ ਰਾਏ ਭੋਏ ਦੀ ਤਲਵੰਡੀ ਦੀ ਗੱਲਬਾਤ ਸੁਣਾਓ ਕਿ ਮਾਤਾ ਪਿਤਾ ਜੀ ਅਤੇ ਨਗਰ ਇਸੇ ਤਰ੍ਹਾਂ ਰਾਏ ਬੁਲਾਰ ਹੁਣ ਸਭ ਠੀਕ ਠਾਕ ਨੇ। ਭਾਈ ਮਰਦਾਨਾ ਜੀ ਨੇ ਦੱਸਿਆ ਵੀ ਸਭ ਠੀਕ ਠਾਕ ਹੈ। ਭੈਣ ਨਾਨਕੀ ਜੀ ਕਹਿਣ ਲੱਗੇ ਵੀ ਤੁਹਾਡਾ ਕੀ ਕਾਰਨ ਇੱਥੇ ਆਉਣ ਦਾ, ਉਹ ਵੀ ਦੱਸ ਦਿਓ। ਕਿਹਾ ਹੈ ਕਿ ਨਾਨਕੀ ਜੀ ਆਪ ਜੀ ਦੇ ਮਾਤਾ ਪਿਤਾ ਨੇ ਮੈਂ ਸੁਣਿਆ ਸੀ ਵੀ ਗੁਰੂ ਨਾਨਕ ਸਾਹਿਬ ਘਰ ਬਾਹਰ ਤੇ ਆ ਕੇ ਮੋਦੀ ਖਾਨੇ ਦੀ ਕਿਰਤ ਕਮਾਈ ਛੱਡ ਕੇ ਤੇ ਜੰਗਲਾਂ ਵਿੱਚ ਜਾ ਬੈਠੇ ਹੈ, ਫਕੀਰਾਂ ਵਾਲਾ ਲਿਬਾਸ ਧਾਰਨ ਕਰ ਲਿਆ ਹੈ। ਉਹਨਾਂ ਸਾਨੂੰ ਸਾਰੀ ਖਬਰ ਵਾਸਤੇ ਭੇਜਿਆ ਹੈ। ਹੁਣ ਇਸ ਸਮੇਂ ਕਿੱਥੇ ਹਨ ਮਹਾਰਾਜ ਜੀ? ਭੈਣ ਨਾਨਕੀ ਜੀ ਨੇ ਕਿਹਾ ਹੈ ਕਿ ਆ ਭਾਈ ਮਰਦਾਨਾ ਜੀ ਅੱਖਾਂ ਨਾਲ ਤੁਸੀਂ ਸਾਰਾ ਕੁਝ ਵੇਖ ਹੀ ਰਹੇ ਹੋ ਕਿ ਅਸੀਂ ਦੋਵੇਂ ਜੀ ਘਰ ਹਾਂ, ਜਾਂ ਤੇ ਸ਼੍ਰੀ ਚੰਦ ਜੀ ਹੈ, ਬਾਕੀ ਪਰਿਵਾਰ ਇੱਥੇ ਹੈ ਨਹੀਂ ਹੈ। ਇਹ ਤੁਹਾਨੂੰ ਵੇਖ ਕੇ ਪਤਾ ਲੱਗ ਹੀ ਗਿਆ ਹੈ, ਮੇਰਾ ਤਾਂ ਕਹਿਣਾ ਕੁਝ ਬਣਦਾ ਨਹੀਂ ਹੈ। ਬਾਕੀ ਜੇ ਬਹੁਤ ਹੀ ਖਬਰਸਾਰ ਲੈਣੀ ਤੋ ਗੁਰੂ ਮਹਾਰਾਜ ਜੀ ਬਾਹਰ ਜੰਗਲ ਵਿੱਚ ਹਨ, ਉੱਥੇ ਮਿਲ ਲਓ ਜਾ ਕੇ। ਕਹਿੰਦੇ ਵੀ ਠੀਕ ਹੈ। ਚੱਲਣ ਲੱਗਿਆ ਭੈਣ ਨਾਨਕੀ ਜੀ ਨੇ ਕਿਹਾ ਵੀ ਪ੍ਰਸ਼ਾਦਾ ਛਕ ਕੇ ਜਾਓ। ਪ੍ਰਸ਼ਾਦਾ ਛਕਿਆ ਹੈ, ਚੱਲ ਪਏ ਹਨ। ਜਾ ਕਰਕੇ ਮਹਾਰਾਜ ਜੀ ਨੂੰ ਇਸ ਲਿਬਾਸ ਵਿੱਚ ਦੇਖਿਆ। ਦੇਖਦਿਆਂ ਸਾਰੀ ਵਿਚਾਰਾਂ ਕੀਤੀਆਂ ਵੀ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਸੁੰਦਰ ਵਸਤਰ ਪਹਿਨਦੇ ਸੀ, ਗਹਿਣੇ ਆਦਿਕ ਪਹਿਨਦੇ ਸਨ, ਜਿਨ੍ਹਾਂ ਦੇ ਸਰੀਰ 'ਤੇ ਗਹਿਣੇ ਮੋਤੀਆਂ ਦੀਆਂ ਮਾਲਾਵਾਂ ਬੜੀਆਂ ਫੱਬਦੀਆਂ ਸੋਭਦੀਆਂ ਸਨ, ਅੱਜ ਕਿਹੋ ਜਿਹਾ ਭੇਖ ਧਾਰਨ ਕਰ ਲਿਆ ਹੈ। ਕਿਸ ਤਰ੍ਹਾਂ ਬੈਠੇ ਹਨ ਜੰਗਲ ਵਿੱਚ ਇਕੱਲੇ ਹੀ, ਜਿਨ੍ਹਾਂ ਦੇ ਆਲੇ ਦੁਆਲੇ ਹਰ ਸਮੇਂ ਭੀੜ ਲੱਗੀ ਰਹਿੰਦੀ ਸੀ। ਇਹੋ ਜਿਹੀਆਂ ਕਈ ਗੱਲਾਂ ਵਿਚਾਰ ਕੇ ਨੇਤਰਾਂ 'ਚੋਂ ਜਾਲ ਕਰਨ ਲੱਗ ਪਿਆ ਹੈ। ਮਹਾਰਾਜ ਜੀ ਪਾਸ ਜਾ ਕੇ ਬੈਠੇ ਹੈ, ਆਨੰਦ ਕੁਸ਼ਲ ਕਹੀ ਹੈ। ਫਿਰ ਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਸਾਰਾ ਕੰਮਕਾਰ ਛੱਡ ਕੇ ਆਪ ਜੀ ਇਸ ਤਰ੍ਹਾਂ ਕਿਵੇਂ ਲਿਬਾਸ ਭੇਖ ਧਾਰ ਲਿਆ ਹੈ। ਮਹਾਰਾਜ ਜੀ ਨੇ ਕਿਹਾ ਹੈ ਕਿ ਭਾਈ ਮਰਦਾਨਾ ਜੀ ਜਦੋਂ ਤੁਸੀਂ ਸਾਡੀ ਸ਼ਾਦੀ ਦੇ ਸਮੇਂ ਆਏ ਸੀ ਸਾਡੇ ਕੋਲੋਂ ਮੰਗਣ, ਤਾਂ ਉਸ ਦਿਨ ਅਸਾਂ ਨੇ ਤੁਹਾਨੂੰ ਇੱਕ ਦਾਤ ਦਿੱਤੀ ਸੀ, ਰਬਾਬ ਵਜਾਉਣ ਦੀ ਗੁਣ ਦਿੱਤਾ ਸੀ। ਉਹ ਜਿਹੜਾ ਗੁਣ ਦਿੱਤਾ ਸੀ ਉਹੀ ਉਹ ਕਾਰਨ ਹੈ ਇਹ ਸਾਡਾ ਭੇਖ ਧਾਰਨ ਦਾ। ਹੁਣ ਉਹ ਸਮਾਂ ਆ ਗਿਆ, ਹੋਰ ਕੋਈ ਕਾਰਨ ਨਹੀਂ। ਕਿਹਾ ਹੈ ਕਿ ਹੁਣ ਤੁਸੀਂ ਜਿਹੜਾ ਇੱਧਰ ਉੱਧਰ ਆਉਣਾ ਜਾਣਾ ਛੱਡ ਦਿਓ, ਸਾਡੇ ਕੋਲ ਹੀ ਭਾਈ ਮਰਦਾਨਾ ਜੀ ਰਹੋ। ਭਾਈ ਮਰਦਾਨਾ ਜੀ ਮਹਾਰਾਜ ਦੇ ਬਚਨ ਸੁਣ ਕੇ ਮੱਥਾ ਟੇਕਿਆ ਹੈ ਅਤੇ ਕਿਹਾ ਮਹਾਰਾਜ ਅਸੀਂ ਤੁਹਾਡੇ ਅੱਗੇ ਹਮੇਸ਼ਾ ਹੀ ਮਹਾਰਾਜ ਸੇਵਾ ਵਿੱਚ ਤਿਆਰ ਬਰ ਤਿਆਰ ਹਾਂ, ਤੁਹਾਡੇ ਅਧੀਨ ਹਾਂ। ਮੈਨੂੰ ਕੰਮ ਦੱਸੋ, ਕਾਰਜ ਦੱਸੋ। ਉਹ ਕਿਹੜਾ ਕਾਰਜ ਹੈ ਜਿਹੜਾ ਮੈਂ ਬੇਫਿਕਰਾ ਹੋ ਕੇ ਛਲ ਫਰੇਬ ਤੋਂ ਬਿਨਾਂ ਹੋ ਕੇ ਆਪ ਜੀ ਦਾ ਕੰਮਕਾਰ ਕਰਾਂ, ਮੇਰੇ 'ਤੇ ਕਿਰਪਾ ਕਰੋ। ਇਵੇਂ ਭਾਈ ਮਰਦਾਨਾ ਜੀ ਜਿਵੇਂ ਗੁਰੂ ਜੀ ਨੂੰ ਕਿਹਾ ਹੈ, ਅੱਗੋਂ ਸਤਿਗੁਰੂ ਜੀ ਨੇ ਜਿਵੇਂ ਕਿਰਪਾ ਕੀਤੀ, ਉਹ ਪ੍ਰਸੰਗ ਰਹਿੰਦਾ ਆਪਾਂ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਮਰੇ ਦਰਸ ਕਰਖ ਮਨ ਲੀਆ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਭਾਈ ਮਰਦਾਨਾ ਜੀ ਨੂੰ ਉਪਦੇਸ਼ ਕੀਤਾ ਹੈ
ਕਿ ਭਾਈ ਮਰਦਾਨਾ ਇਸ ਸੰਸਾਰ ਦੇ ਜਿੰਨੇ ਵੀ ਪਦਾਰਥ ਹੈ ਉਹ ਸੁਪਨੇ ਦੀ ਨਿਆਈ ਜਾਣ ਲੈ। ਜਿਵੇਂ ਸੁਪਨਾ ਖਤਮ ਹੋ ਜਾਂਦਾ ਹੈ ਅਤੇ ਸੁਪਨੇ ਵਿੱਚ ਬਣਾਈਆਂ ਹੋਈਆਂ ਚੀਜ਼ਾਂ ਜਿੰਨੀਆਂ ਮਨੁੱਖ ਨੇ ਚਿਤਵੀਆਂ ਹੁੰਦੀਆਂ ਵੇਖੀਆਂ ਹੁੰਦੀਆਂ ਖਤਮ ਹੋ ਜਾਂਦੀਆਂ ਜਾਗਣ ਕਰਕੇ। ਇਸੇ ਤਰ੍ਹਾਂ ਗਿਆਨ ਹੋਣ ਦੇ ਨਾਲ ਇਸ ਸੰਸਾਰ ਦੇ ਜਿਹੜੇ ਪਦਾਰਥ ਹੈ ਸੰਸਾਰ ਦੀਆਂ ਚੀਜ਼ਾਂ ਇਹ ਨਾਸ ਹੋ ਜਾਂਦੀਆਂ ਗਿਆਨ ਕਰਕੇ। ਪਤਾ ਲੱਗ ਜਾਂਦਾ ਕਿ ਸਭ ਸੰਸਾਰ ਝੂਠ ਦੀ ਨਿਆਹੀ ਹੈ। ਜਦੋਂ ਇਹ ਉਪਦੇਸ਼ ਮਹਾਰਾਜ ਜੀ ਨੇ ਕੀਤਾ ਹੈ ਭਾਈ ਮਰਦਾਨਾ ਜੀ ਦੇ, ਉੱਥੇ ਹੀ ਉਹ ਕਪਾਟ ਖੁੱਲ੍ਹ ਗਏ, ਗਿਆਨ ਹੋ ਗਿਆ, ਵੈਰਾਗ ਹੋ ਗਿਆ ਸੰਸਾਰ ਵੱਲੋਂ। ਅਤੇ ਸਤਿਗੁਰੂ ਜੀ ਨੇ ਫਿਰ ਕਿਰਪਾ ਕੀਤੀ ਹੈ ਅਤੇ ਭਾਈ ਮਰਦਾਨਾ ਜੀ ਹੱਸ ਕੇ ਕਿਹਾ, ਮਹਾਰਾਜ ਤੁਹਾਡੀ ਮਿਹਰ ਹੋ ਗਈ ਹੈ, ਆਪ ਜੀ ਜੋ ਕੰਮ ਕਰਨਾ ਹੈ ਸਾਨੂੰ ਦੱਸੋ ਕਿਵੇਂ ਕਰੀਏ। ਅਤੇ ਨਾਲ ਹੀ ਕਿਹਾ ਹੈ, ਸੱਚਾ ਪਾਤਸ਼ਾਹ ਮਹਾਰਾਜ ਜੀ ਤੁਹਾਡੇ ਦਰਸ਼ਨਾਂ ਨੇ ਮੇਰਾ ਜਿਹੜਾ ਮਨ ਹੈ ਉਸ ਨੂੰ ਖਿੱਚ ਲਿਆ ਹੈ। ਏਕ ਆਸ ਨਾਸੀ ਅਬ ਬੀਆ। ਹੁਣ ਤੇ ਇੱਕੋ ਹੀ ਆਸ ਰਹਿ ਗਈ ਹੈ ਸੱਚੇ ਪਾਤਸ਼ਾਹ ਜੀ, ਬਾਕੀ ਸਾਰੀਆਂ ਹੀ ਜਿਹੜੀਆਂ ਆਸਾਂ ਉਹਦੇ ਨਾਸ ਹੋ ਗਈਆਂ ਹਨ। ਜਗਤ ਵਿਕਾਰਨ ਤੇ ਤੀ ਸਾਤੀ। ਜਿਹੜਿਆ ਤਰ੍ਹਾਂ ਤਰ੍ਹਾਂ ਦੇ ਸੰਸਾਰ ਦੇ ਵਿਕਾਰ ਹੈ, ਜਿਨ੍ਹਾਂ ਵਿਕਾਰਾਂ ਵਿੱਚ ਮਨੁੱਖ ਅਚਿਤ ਰਹਿੰਦਾ ਹੈ, ਉਹਨਾਂ ਤੋਂ ਵੀ ਹੁਣ ਸ਼ਾਂਤੀ ਹੋ ਗਈ ਹੈ। ਔਰ ਆਨੰਦ ਉਪਜਾ ਬਹੁ ਭਾਂਤੀ। ਬਹੁਤ ਤਰ੍ਹਾਂ ਦਾ ਜਿਹੜਾ ਹਿਰਦੇ ਵਿੱਚ ਆਨੰਦ ਹੈ, ਸੁੱਖ ਹੈ, ਉਹ ਵੀ ਗੁਰੂ ਜੀ ਪੈਦਾ ਹੋ ਗਿਆ ਹੈ। ਦੋਹਰਾ ਚਿਤ ਦਿਸ਼ ਕਰੋ ਧਿਆਨ ਅਬ। ਹੁਣ ਆਪ ਹੀ ਦੱਸੋ ਕਿ ਕਿਸ ਤਰਫ ਜਿਹੜਾ ਹੈ ਆਪਾਂ ਚੱਲਣਾ ਕਰੀਏ। ਸੰਗ ਲੈ ਕਰਮ। ਮੈਨੂੰ ਗੁਰੂ ਜੀ ਆਪਣੇ ਨਾਲ ਲੈ ਕਰਕੇ ਵੀ ਆਪ ਜੀ ਨੇ ਹੁਣ ਕਿਸ ਤਰਫ ਜਿਹੜਾ ਜਾਣਾ ਕਰਨਾ ਹੈ। ਸੁਨ ਮਰਦਾਨੇ ਕੇ ਬਚਨਾ। ਸੱਚੇ ਪਾਤਸ਼ਾਹ ਜੀ ਭਾਈ ਮਰਦਾਨੇ ਦੇ ਬਚਨ ਸੁਣ ਕੇ ਬੋਲੇ ਅਨੰਦ ਸੰਦੇ ਬੋਲੇ ਅਨੰਦ ਸੰਦੋਹੇ। ਜੋ ਗੁਰੂ ਨਾਨਕ ਸਾਹਿਬ ਜੀ ਸੰਪੂਰਨ ਆਨੰਦ ਸਰੂਪ ਹਨ, ਬਚਨ ਬੋਲੇ ਹਨ। ਚੌਪਈ ਨਹੀਂ ਪ੍ਰਥਮਾ ਇਹ ਕੋਏ ਵਿਚਾਰਾ। ਭਾਈ ਮਰਦਾਨਾ ਜੀ ਵੀ ਜਾਣਾ ਕਿੱਧਰ ਹੈ, ਇਸ ਦੇ ਸੰਬੰਧ ਵਿੱਚ ਤੇ ਅਸਾਂ ਨੇ ਕੋਈ ਵੀ ਜਿਹੜੀ ਪਹਿਲਾਂ ਵਿਚਾਰ ਨਹੀਂ ਕੀਤੀ ਵੀ ਕਿਸ ਪਾਸੇ ਜਾਈਏ। ਜਹਾਂ ਲੈ ਜਾਵਹਿ ਸ੍ਰੀ ਕਰਤਾਰਾ। ਬਾਕੀ ਜੋ ਕਰਤਾਰ ਪਰਮੇਸ਼ਰ ਹੈ, ਜਿਸ ਪਾਸੇ ਵੀ ਲੈ ਜਾਵੇਗਾ ਆਪਣੇ ਹੁਕਮ ਵਿੱਚ। ਤਿਤ ਦਿਸ਼ ਚੱਲਹੁ ਸੰਗ ਹਰਖਾਏ। ਭਾਈ ਮਰਦਾਨਾ ਜੀ ਖੁਸ਼ੀ ਦੇ ਨਾਲ ਖੁਸ਼ ਹੋ ਕੇ ਉਸੇ ਤਰਫ ਹੀ ਸਾਡੇ ਨਾਲ ਚੱਲੋ। ਮੋਹ ਲੋਭ ਕਹੋ ਹਿਰਦੇ ਵਿਹਾਏ। ਹਿਰਦੇ ਵਿੱਚ ਜਿਹੜਾ ਆ ਪਰਿਵਾਰ ਦਾ ਮੋਹ ਹੈ ਅਤੇ ਜਿਹੜਾ ਪਦਾਰਥਾਂ ਦਾ ਖਾਣ ਪੀਣ ਦਾ ਧਨ ਮਾਇਆ ਦਾ ਲੋਭ ਹੈ, ਉਸ ਨੂੰ ਛੱਡ ਕੇ ਨਾਸ ਕਰਕੇ। ਸੁਨ ਪ੍ਰਭ ਏਕ ਕਠਨ ਬਿਦ ਮੋਹੂ। ਭਾਈ ਮਰਦਾਨਾ ਜੀ ਕਹਿਣ ਲੱਗੇ, ਪ੍ਰਭੂ ਪਰਮੇਸ਼ਰ ਗੁਰੂ ਨਾਨਕ ਸਾਹਿਬ ਜੀ, ਮੈਨੂੰ ਇੱਕ ਜਿਹੜੀ ਨਾ ਆ ਦੋਵੇਂ ਪਾਸੇ ਵਿਧੀ ਬੜੀ ਕਠਿਨ ਹੋ ਗਈ, ਬੜੀ ਅਖਿਆਈ ਮੁਸ਼ਕਲ ਜੀ ਬਣ ਗਈ ਹੈ। ਦੋਹ ਦੇਸ਼ ਤੇ ਮੁਸ਼ਕਲ ਸੀ ਜੋਹੂ। ਜੋ ਆ ਦੋਵੇਂ ਤਰਫਾਂ ਤੋਂ ਬਹੁਤ ਮੁਸ਼ਕਲ ਜੀ ਹੋ ਗਈ ਹੈ ਜਾਂ ਵੇਖੀ ਦੀ ਹੈ ਕਿ ਆਪ ਜੀ ਦੇ ਮਾਤਾ ਪਿਤਾ ਜੀ ਨੇ ਮੈਨੂੰ ਤੁਹਾਡੇ ਪਾਸ ਭੇਜਿਆ ਹੈ, ਤੁਸੀਂ ਕਹਿੰਦੇ ਵੀ ਇੱਥੋਂ ਜਾਣਾ ਨਹੀਂ ਹੈ। ਮੈਨੂੰ ਤੇ ਬਹੁਤ ਦੋਹਾਂ ਤਰਫਾਂ ਤੋਂ ਮੁਸ਼ਕਲ ਜੀ ਹੋ ਗਈ ਹੈ ਮਹਾਰਾਜ। ਤੁਮਰੀ ਸੁਧ ਸੁਨ ਪਿਤ ਮਹਤਾਰੀ। ਕਿਉਂਕਿ ਤੁਹਾਡੇ ਪਿਤਾ ਅਤੇ ਮਾਤਾ ਜੀ ਨੇ ਤਲਵੰਡੀ ਨਗਰ ਵਿੱਚ ਕਿਸੇ ਪੁਰਸ਼ ਪਾਸੋਂ ਤੁਹਾਡੀ ਜਿਹੜੀ ਖਬਰ ਸਾਰ ਸੁਣ ਕੇ ਵੀ ਗੁਰੂ ਮਹਾਰਾਜ ਜੀ ਨੇ ਖਫਣੀ ਪਾ ਲਈ ਹੈ, ਜਿਹੜਾ ਕੰਮਕਾਰ ਛੱਡ ਦਿੱਤਾ ਹੈ, ਪਰਿਵਾਰ ਵੀ ਛੱਡ ਦਿੱਤਾ ਹੈ, ਜੰਗਲ ਵਿੱਚ ਬੈਠੇ ਰਹਿੰਦੇ ਹੈ, ਇਹ ਖਬਰ ਸੁਣ ਕੇ ਸਦਨਹ ਤੇ ਮੁਝ ਲੀਨ ਹਕਾਰੀ। ਮੈਨੂੰ ਮੇਰੇ ਘਰ ਦੇ ਵਿੱਚੋਂ
ਤੁਹਾਡੇ ਪਿਤਾ ਜੀ ਨੇ ਕੋਲ ਸੱਦ ਲਿਆ ਸੀ ਕੁਸ਼ਲ ਲੈਨ ਮੁਝ ਦ੍ਰੁਤ ਪਠਾਇਆ। ਤੇ ਮੈਨੂੰ ਤੁਹਾਡੀ ਰਾਜੀ ਖੁਸ਼ੀ ਆਨੰਦ ਕੁਸ਼ਲ ਦਾ ਪੁੱਛਣ ਵਾਸਤੇ ਵੀ ਵੇਖ ਕੇ ਆਓ ਵੀ ਇਹ ਗੱਲ ਬਿਲਕੁਲ ਠੀਕ ਹੈ, ਬੜੀ ਛੇਤੀ ਭੇਜਿਆ ਸੁਲਤਾਨਪੁਰ। ਬਿਨ ਬਿਲੰਬ ਹਾਂ ਆਇਓ ਧਾਇਆ। ਬਿਨਾਂ ਦੇਰੀ ਤੋਂ ਮਹਾਰਾਜ ਜੀ ਮੈਂ ਤੇ ਬੜੀ ਛੇਤੀ ਚੱਲਦਾ ਚਲਾਉਂਦਾ ਦੌੜ ਕੇ ਤੁਹਾਡੇ ਪਾਸ ਆਇਆ ਹਾਂ। ਇਤ ਦਿਸ਼ ਕੀ ਉਡੀਕ ਸੋ ਕਰਹੀ। ਇਹ ਇੱਕ ਤਰਫ ਦੀ ਜੇ ਮਹਾਰਾਜ ਮੈਂ ਜਾਵਾਂਗਾ ਨਹੀਂ ਤੇ ਇੱਧਰ ਦੀ ਜਿਹੜੀ ਤਰਫ ਦੀ ਉਡੀਕ ਹੈ ਤੁਹਾਡੇ ਮਾਤਾ ਪਿਤਾ ਕਰ ਰਹੇ ਹੋਣਗੇ। ਰਾਵਰ ਕੀ ਚਿਤ ਚਿੰਤਾ ਤਰਹੀ। ਉਹ ਤੇ ਆਪ ਜੀ ਦੀ ਚਿੱਤ ਵਿੱਚ ਚਿੰਤਾ ਬੜੀ ਧਾਰ ਰਹੇ ਹਨ ਤੇ ਜੇ ਮੈਂ ਨਹੀਂ ਜਾਵਾਂਗਾ ਤੇ ਉਹਨਾਂ ਨੂੰ ਕੌਣ ਦੱਸੇਗਾ। ਦੋਹਰਾ ਨਿਜਰ ਜਾਏ ਟਿਕ ਰਹਿਣ ਕੀ। ਹੁਣ ਆਪ ਜੀ ਦੀ ਜਿਹੜੀ ਆਗਿਆ ਹੈ ਉਹ ਇਹ ਹੈ ਕਿ ਵੀ ਭਾਈ ਮਰਦਾਨਿਆ ਕਿਤੇ ਨਹੀਂ ਜਾਣਾ ਹੈ, ਸਾਡੇ ਪਾਸ ਹੀ ਜਿਹੜਾ ਰਹਿਣਾ ਹੈ। ਹੁਣ ਯਾ ਬਿਦ ਮੁਸ਼ਕਲ ਮੋਹੀ। ਆਪ ਜੀ ਦੀ ਆਗਿਆ ਵੀ ਤੁਹਾਡੇ ਕੋਲ ਰਹਿਣ ਦੀ, ਵੀ ਤੁਹਾਡੇ ਪਾਸ ਹੀ ਰਹਿਣਾ ਹੈ, ਇਸ ਤਰ੍ਹਾਂ ਤੁਸਾਂ ਨੇ ਕਿਹਾ ਹੈ। ਤੇ ਇਸ ਤਰ੍ਹਾਂ ਦੀ ਗੁਰੂ ਜੀ ਮੈਨੂੰ ਮੁਸ਼ਕਲ ਕਠਿਨਾਈ ਹੋ ਗਈ ਹੈ। ਜਾਨੋ ਬਨਾ ਨਾ ਅਬ ਤਹਾਂ ਹੁਣ ਤਲਵੰਡੀ ਨਗਰ ਤੇ ਮੇਰਾ ਜਾਣਾ ਨਹੀਂ ਬਣਦਾ, ਕਿਉਂਕਿ ਆਪ ਜੀ ਦਾ ਹੁਕਮ ਹੈ, ਆਪ ਜੀ ਦੀ ਆਗਿਆ ਹੈ। ਸੋ ਚਿੰਤਾ ਤੁਰ ਹੋਏ। ਉਧਰ ਜੇ ਮੈਂ ਗਿਆ ਨਹੀਂ ਤੇ ਤੁਹਾਡੇ ਮਾਤਾ ਪਿਤਾ ਜੀ ਜਿਹੜੇ ਹੈ ਉਹ ਚਿੰਤਾ ਨਾਲ ਵਿਆਕੁਲ ਹੋਣਗੇ, ਦੁਖੀ ਹੋਣਗੇ ਵੀ ਮਰਦਾਨੇ ਨੂੰ ਭੇਜਿਆ ਸੀ ਵਾਪਸ ਕਿਉਂ ਨਹੀਂ ਆਇਆ ਹੈ। ਚੌਪਈ ਸ੍ਰੀ ਗੁਰ ਭਨੈ ਸੁਨਹੁ ਮਰਦਾਨਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਵੀ ਭਾਈ ਮਰਦਾਨਾ ਜੀ ਸਾਡਾ ਬਚਨ ਸੁਣੋ। ਕਰਹੁ ਆਪ ਜਿਉ ਭਲ ਮਨ ਮਾਨਾ। ਜਿਵੇਂ ਚੰਗੀ ਤਰ੍ਹਾਂ ਮਨ ਤੁਹਾਡਾ ਮੰਨਦਾ, ਜਿਵੇਂ ਤੁਹਾਡੇ ਮਨ ਨੂੰ ਚੰਗੀ ਲੱਗਦੀ ਗੱਲ ਆਪ ਜੀ ਉਸੇ ਤਰ੍ਹਾਂ ਹੀ ਕਰ ਕਰਾ ਲਓ। ਹਮਾਰੇ ਸੰਗ ਕਠਨਤਾ ਰਹਿਣਾ। ਬਾਕੀ ਜੇ ਸਾਡੇ ਨਾਲ ਰਹਿਣਾ ਹੈ ਉਹ ਤੇ ਕਠਿਨਤਾ ਹੀ ਹੈ, ਮੁਸ਼ਕਲ ਹੀ ਹੈ। ਸਾਡੇ ਨਾਲ ਰਹਿਣਾ ਬਹੁਤ ਔਖਾ ਹੈ ਭਾਈ ਮਰਦਾਨਾ, ਸਭ ਤਰ੍ਹਾਂ ਦੀ ਪਰੇਸ਼ਾਨੀ ਕਠਿਨਾਈ ਝੱਲਣੀ ਪਵੇਗੀ ਤੈਨੂੰ। ਤ੍ਰਿਸ਼ਨਾ ਦਹਨਾ ਵਿਖੈ ਜੋ ਦਹਨਾ। ਜਿਵੇਂ ਆ ਸੰਸਾਰ ਦੇ ਲੋਕ ਤ੍ਰਿਸ਼ਨਾ ਦੀ ਅੱਗ ਵਿੱਚ ਰਾਤ ਦਿਨ ਸੜਦੇ ਮੱਚਦੇ ਹਨ। ਹੋਏ ਸੰਤੋਖ ਬੁਝਾਵਨ ਕਰਹੀ। ਇਸੇ ਤਰ੍ਹਾਂ ਹੀ ਭਾਈ ਮਰਦਾਨਾ ਜੇ ਤੂੰ ਸਾਡੇ ਨਾਲ ਰਹਿਣਾ, ਜਿਹੜੀ ਸੰਤੋਖ ਰੂਪੀ ਜਿਹੜਾ ਜਲ ਹੈ ਉਹਦੇ ਨਾਲ ਤ੍ਰਿਸ਼ਨਾ ਦੀ ਅੱਗ ਨੂੰ ਬੁਝਾਉਣਾ ਕਰ। ਸੋ ਹਮ ਸੰਗਤ ਕੋ ਅਨੁਸਰਹੀ। ਉਹ ਜਿਹੜਾ ਹੈ ਸਾਡੀ ਸੰਗਤ ਦੇ ਅਨੁਸਾਰ ਹੀ ਰਹਿ ਸਕਦਾ, ਸਾਡੇ ਅਨੁਕੂਲ ਜਿਹੜਾ ਸੰਤੋਖ ਰੂਪੀ ਜਲ ਦੇ ਨਾਲ ਤ੍ਰਿਸ਼ਨਾ ਰੂਪੀ ਅੱਗ ਨੂੰ ਬੁਝਾਉਣਾ ਕਰੇਗਾ ਉਹ ਤੇ ਸਾਡੇ ਅਨੁਸਾਰ ਹੀ ਰਹਿ ਸਕਦਾ ਹੈ, ਸਾਡੇ ਨਾਲ ਰਹਿ ਸਕਦਾ ਹੈ। ਜੇ ਤੂੰ ਬੁਝਾ ਸਕਦਾ ਹੈ ਭਾਈ ਮਰਦਾਨੇ ਤ੍ਰਿਸ਼ਨਾ ਦੀ ਅੱਗ ਕਿ ਸਾਡੇ ਨਾਲ ਰਹਿ, ਨਹੀਂ ਤੇ ਚਲਿਆ ਜਾ। ਅਸਨਾ ਬਸਨਾ ਪ੍ਰਾਪਤ ਕਿਹ ਕਾਲੂ। ਕਿਸੇ ਸਮੇਂ ਸਾਡੇ ਨਾਲ ਰਿਹਾ ਖਾਣ ਨੂੰ ਭੋਜਨ ਪ੍ਰਾਪਤ ਹੋਣਾ ਹੈ, ਕਿਸੇ ਸਮੇਂ ਜਿਹੜਾ ਕੱਪੜਾ ਮਿਲਣਾ ਹੈ, ਕਿਸੇ ਸਮੇਂ ਹੋ ਸਕਦਾ ਵੀ ਨਾ ਵੀ ਮਿਲੇ, ਵੇਲੇ ਕੁ ਵੇਲੇ ਪ੍ਰਾਪਤ ਹੋਣਾ ਹੈ। ਨਹਿ ਪਾਵਹਿ ਜਿਨ ਹੋਏ ਬਿਹਾਲੂ। ਕਿਸੇ ਸਮੇਂ ਤੇ ਭੋਜਨ ਮਿਲੇਗਾ, ਕਿਸੇ ਸਮੇਂ ਨਹੀਂ, ਕਿਸੇ ਵੇਲੇ ਵਸਤਰ ਮਿਲਣਗੇ, ਕਿਸੇ ਵੇਲੇ ਨਹੀਂ। ਤੇ ਜੇ ਭਾਈ ਮਰਦਾਨਾ ਤੂੰ ਭਲਾ ਨਾ ਪਾਵੇਂ, ਤੈਨੂੰ ਭੋਜਨ ਨਾ ਮਿਲੇ, ਟਾਈਮ ਨਾ ਕੱਪੜਾ ਨਾ ਮਿਲੇ, ਮਤਾ ਤੂੰ ਬਾਅਦ ਵਿੱਚ ਬਿਨਾਂ ਹਾਲਤ ਹੋ ਕੇ ਦੁਖੀ ਹੋਵੇਂ ਕਿ ਮਹਾਰਾਜ ਮੈਂ ਤੇ ਬੜਾ ਤੰਗ ਪਰੇਸ਼ਾਨ ਹੋ ਗਿਆ ਤੁਹਾਡੇ ਨਾਲ। ਸੁਖ ਭੋਗਨ ਜੇ ਪਿਆਸ ਸੁਖ ਭੋਜਨ ਜੇ ਪਿਆਸ ਬਿਲਾਸਾ। ਸੁਖ ਭੋਗਣ ਜੇ ਭਾਈ ਮਰਦਾਨਾ ਜੇ ਤੈਨੂੰ ਬਹੁਤ ਸੁਖ ਭੋਗਣ ਦੀ ਪਿਆਸ ਹੈ,
ਆਨੰਦ ਮਾਣਨ ਦੀ ਪਿਆਸ ਹੈ ਤੇਰੇ ਅੰਦਰ। ਤੋ ਜਾਵਹੁ ਕਾਲੋ ਪਿਤ ਪਾਸਾ। ਫਿਰ ਤੁਸੀਂ ਚਲੇ ਜਾਓ ਸਾਡੇ ਪਿਤਾ ਕਲਿਆਣ ਚੰਦ ਜੀ ਪਾਸ ਤਲਵੰਡੀ ਨਗਰ, ਤੇ ਉੱਥੇ ਰਹੋ। ਉੱਥੇ ਤੁਹਾਨੂੰ ਇਹ ਸਾਰੇ ਸੁੱਖ ਸਹੂਲਤਾਂ ਪ੍ਰਾਪਤ ਹੋਣਗੀਆਂ। ਬੈਸਨ ਰਹਿਣਾ ਮਿਲਨ ਪਰਵਾਰਾ। ਮਿਲ ਕੇ ਪਰਿਵਾਰ ਵਿੱਚ ਰਹੋ ਤੇ ਪਰਿਵਾਰ ਵਿੱਚ ਬੈਠੇ ਰਹਿਣਾ। ਇਹ ਬਾਤਾਂ ਸਭ ਮਦ ਅਗਾਰਾ। ਇਹ ਜਿਹੜੀਆਂ ਸੁੱਖ ਸਹੂਲਤਾਂ ਦੀਆਂ ਗੱਲਾਂ ਬਾਤਾਂ ਹੈ ਭਾਈ ਮਰਦਾਨਾ, ਇਹਦੇ ਘਰ ਵਿੱਚ ਹੀ ਮਿਲਣੀਆਂ। ਸਾਡੇ ਨਾਲ ਤੇ ਸਭ ਤਰ੍ਹਾਂ ਦੀ ਕਠਿਨਾਈ ਦੁੱਖ ਕਸ਼ਟ ਸਹਿਣਾ ਪੈਣਾ ਹੈ। ਦੋਹਰਾ ਸ਼ੁਦਾ ਨਗਨਤਾ ਜਾਣੀਏ। ਵੇਖ ਵੀ ਮਰਦਾਨੇ, ਸਾਡੇ ਨਾਲ ਰਹਿਣਾ ਹੈ ਤੇ ਭੁੱਖੇ ਵੀ ਰਹਿਣਾ ਪੈਣਾ ਹੈ, ਨਗਨਤਾ ਨੰਗ ਵੀ ਰਹਿਣਾ ਪੈਣਾ ਹੈ। ਇਸ ਤਰ੍ਹਾਂ ਜਾਣੀਏ। ਪੁਨ ਰਹਿਣਾ ਉਦਿਆਨ। ਤੇ ਕੋਈ ਉੱਥੇ ਪਲੰਗ ਨਹੀਂ ਮਿਲਣਾ ਹੈ ਸੌਣ ਵਾਸਤੇ। ਅੱਜ ਜੰਗਲ ਵਿੱਚ ਹੀ ਰਹਿਣ ਨੂੰ ਮਿਲਣਾ ਹੈ। ਰਾਤ ਬਰਾਤੇ ਜੰਗਲਾਂ ਹੀ ਕੱਟਣੀਆਂ, ਜੰਗਲ ਵਿੱਚ ਹੀ ਰਾਤਾਂ ਕੱਟਣੀਆਂ ਪੈਣੀਆਂ ਹਨ। ਸੰਗ ਰਹਿਣਾ ਮਮ ਤੋ ਬਨ। ਜੇ ਵੀ ਮੇਰਾ ਭਾਈ ਮਰਦਾਨੇ ਤੇਰਾ ਸੰਗ ਬਣਦਾ ਸਾਡੇ ਨਾਲ, ਕਰੀਏ ਔਰ ਪਰਵਾਨ। ਜੇ ਤੇਰਾ ਸਾਡੇ ਨਾਲ ਸੰਗ ਬਣਦਾ ਹੈ ਤੇ ਆ ਜਿਹੜੀਆਂ ਤਿੰਨ ਚੀਜ਼ਾਂ ਹੈ ਕਿ ਭੁੱਖ ਵੀ ਕੱਟਣੀ ਪੈਣੀ ਹੈ, ਨੰਗੇ ਵੀ ਰਹਿਣਾ ਪੈਣਾ ਹੈ, ਜੰਗਲ ਵਿੱਚ ਰਹਿਣਾ ਪੈਣਾ, ਤੇ ਉਹ ਹਿਰਦੇ ਵਿੱਚ ਪ੍ਰਵਾਨ ਕਰੀਏ, ਮੰਨ ਲਈਏ ਵੀ ਇਸ ਤਰ੍ਹਾਂ ਦਿਨ ਕੱਟਣੇ ਪੈਣਗੇ। ਚੌਪਈ ਰੱਬ ਜੀ ਤ੍ਰਿਸ਼ਨਾ ਮਨ ਤੇ ਮੁਕੀ। ਭਾਈ ਮਰਦਾਨਾ ਜੀ ਕਹਿਣ ਲੱਗੇ, ਪ੍ਰਭੂ ਗੁਰੂ ਨਾਨਕ ਦੇਵ ਮਹਾਰਾਜ ਜੀ, ਮੇਰੇ ਮਨ ਵਿੱਚ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਉਹ ਤੇ ਬਿਲਕੁਲ ਹੀ ਖਤਮ ਹੋ ਗਈ ਹੈ, ਮੁੱਕ ਗਈ ਹੈ। ਆਨ ਜਾਨ ਕੀ ਆਸਾ ਚੁਕੀ। ਵੀ ਜੇ ਮੈਂ ਸੋਚਾਂ ਵੀ ਹੋਰ ਪਾਸੇ ਚਲਿਆ ਜਾਵਾਂ ਸੱਚਾ ਪਾਤਸ਼ਾਹ, ਉਹ ਹੋਰ ਪਾਸੇ ਜਾਣ ਦੀ ਵੀ ਜਿਹੜੀ ਆਸਾ ਨਾ ਉਹ ਮੇਰੀ ਚੁੱਕ ਗਈ ਹੈ, ਬਿਲਕੁਲ ਹੀ ਖਤਮ ਹੋ ਗਈ ਹੈ। ਤੁਮ ਸਮਾਨ ਕੋ ਨਦਰ ਨਾ ਆਵੇ। ਕਿਉਂਕਿ ਤੁਹਾਡੇ ਸਮਾਨ, ਤੁਹਾਡੇ ਸਦਰਸ਼ ਇਹ ਸੰਸਾਰ ਦੇ ਵਿੱਚ ਕੋਈ ਨਜ਼ਰ ਹੀ ਨਹੀਂ ਆਉਂਦਾ ਜਿਹੜਾ ਤੁਹਾਡੇ ਬਰਾਬਰੀ ਕਰਦਾ ਹੋਵੇ। ਦਿਨ ਕਰ ਭਿਖ ਖਦਿਓਤ ਨਾ ਪਾਵੇ। ਜਿਸ ਤਰ੍ਹਾਂ ਵੀ ਸੂਰਜ ਨੂੰ ਕੋਈ ਵੇਖ ਲਵੇ ਤੁਹਾਨੂੰ ਟਟਹਿਣਾ ਜਿਹੜਾ ਜੁਗਨ ਉਹ ਨਹੀਂ ਚੰਗਾ ਲੱਗਦਾ ਹੈ, ਕਿਉਂਕਿ ਟਟਹਿਣੇ ਜੁਗਨ ਦਾ ਚਾਨਣ ਥੋੜ੍ਹਾ ਹੈ, ਉਧਰ ਸੂਰਜ ਦਾ ਪ੍ਰਕਾਸ਼ ਬਹੁਤਾ ਹੈ। ਫਿਰ ਉਹਨੂੰ ਸੂਰਜ ਦਾ ਪ੍ਰਕਾਸ਼ ਹੀ ਜਿਹੜਾ ਚੰਗਾ ਲੱਗਦਾ ਮਨੁੱਖ ਨੂੰ। ਰਹੋ ਸੰਗ ਮੈਂ ਮਨ ਮਹਿ ਠਾਨੀ। ਆਪ ਜੀ ਦੇ ਨਾਲ ਹੀ ਰਹਿਣਾ ਹੈ, ਇਹ ਤੇ ਗੱਲ ਪੱਕੀ ਮਨ ਵਿੱਚ ਮੈਂ ਕਰ ਲਈ ਹੈ। ਸੁਨ ਸ੍ਰੀ ਗੁਰ ਬੋਲੇ ਮਿਰਦਵਾਨੀ। ਮਿਰਦਬਾਨੀ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੜੀ ਕੋਮਲ ਬਾਣੀ ਤੇ ਮਿੱਠੀ ਬਾਣੀ ਬੋਲੇ ਹੈ। ਜਾਹੋਰ ਬਾਬ ਨਗਰ ਤੇ ਲਿਆਵੋ। ਠੀਕ ਹੈ ਭਾਈ ਮਰਦਾਨੇ, ਜੇ ਤੂੰ ਰਹਿਣਾ ਸਾਡੇ ਕੋਲ ਸੁਲਤਾਨਪੁਰ ਨਗਰ 'ਚ ਚਲਿਆ ਜਾ, ਤੇ ਜਿਹੜੀ ਰਬਾਬ ਹੈ ਉਹ ਤੂੰ ਲੈ ਕੇ ਆ। ਹੇ ਰਹੋ ਸੁੰਦਰ ਆਨ ਬਜਾਵੋ। ਰਬਾਬ ਜਿਹੜੀ ਸੁੰਦਰ ਸੋਹਣੀ ਵੇਖੋ ਤੇ ਲੈ ਕਰਕੇ ਆਓ ਤੇ ਉਹਨੂੰ ਵਜਾਉਣਾ ਕਰੋ। ਸੁਨ ਪ੍ਰਭ ਜੀ ਮੈਂ ਕਬਹਿ ਨਾ ਗਾਇਆ। ਭਾਈ ਮਰਦਾਨਾ ਜੀ ਕਹਿਣ ਲੱਗੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਮੈਂ ਤੇ ਜਿਹੜਾ ਹੈ ਰਬਾਬ ਨੂੰ ਕਦੀ ਵਜਾਉਣਾ ਨਹੀਂ ਕੀਤਾ, ਵਜਾਇਆ ਨਹੀਂ ਹੈ, ਤੇ ਰਬਾਬ ਵਜਾ ਕੇ ਨਾਲ ਕਦੀ ਗਾਇਆ ਵੀ ਨਹੀਂ ਹੈ। ਨਹਿ ਕੋ ਬਾਦਤ ਹੱਥ ਬਜਾਇਆ। ਤੁਸੀਂ ਰਬਾਬ ਕਹਿ ਰਹੇ ਹੋ, ਮੈਂ ਤੇ ਅੱਜ ਤੱਕ ਕੋਈ ਵੀ ਜਿਹੜਾ ਵਾਜਾ ਹੈ, ਕੋਈ ਸਾਜ਼ ਹੈ, ਹੱਥ ਵਿੱਚ ਲੈ ਕੇ ਵਜਾਇਆ ਨਹੀਂ, ਤੇ ਨਾ ਮੈਂ ਗਾਇਆ ਹੈ। ਕੇਤਕ ਬਾਸੁਰ ਮਹਾ ਸਿਖ ਲਿਓ। ਬਾਕੀ ਆਪ ਜੀ ਦੀ ਮਿਹਰ ਨਾਲ ਕੁਝ ਕੁ ਦਿਨ ਆਪ ਜੀ ਦੇ ਪਾਸ ਰਹਿ ਕੇ ਤੇ ਸਿੱਖ ਲਵਾਂਗਾ। ਗਾਵਨ ਬਹੁਰ ਬਜਾਵਨ ਭੇਉ। ਫਿਰ ਉਹ ਰਬਾਬ ਨੂੰ ਜਿਹੜਾ ਵਜਾਉਣਾ ਕਰਾਂਗਾ, ਨਾਲ ਸੁਰ ਮਿਲਾ ਕੇ ਤੇ ਗਾਉਣਾ ਵੀ ਕਰਾਂਗਾ, ਸਾਰਾ ਭੇਦ ਜਾਣ ਲਵਾਂਗਾ। ਸ੍ਰੀ ਨਾਨਕ ਬੋਲੇ ਮਨ ਭਾਵਨਾ। ਸੋਭਾ ਵਾਲੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ
ਮਨ ਨੂੰ ਚੰਗੇ ਲੱਗਣ ਵਾਲੇ ਬਚਨ ਬੋਲੇ ਹਨ। ਗੁਣ ਗਾਵਨਾ ਦੀਏ ਬਹਰ ਬਜਾਵਨਾ। ਭਾਈ ਮਰਦਾਨੇ ਤਿਉ ਜਦੋਂ ਪਹਿਲਾਂ ਸਾਡੇ ਪਾਸ ਆਇਆ ਸੀ ਤੇ ਗਾਉਣ ਦਾ ਕਿ ਕਿਵੇਂ ਗਾਉਣਾ ਹੈ ਰਾਗਾਂ ਵਿੱਚ ਤੇ ਰਬਾਬ ਕਿਵੇਂ ਵਜਾਉਣਾ ਹੈ ਉਹਦੇ ਤੁਹਾਨੂੰ ਪਹਿਲਾਂ ਹੀ ਵਾਰ ਰੂਪ ਬਚਨ ਵਿੱਚ ਦਿੱਤਾ ਹੋਇਆ ਹੈ। ਸੋ ਲੈ ਕਰਤਾ ਕਾਸੇ ਕੀਨੋ। ਉਹ ਜਿਹੜਾ ਬਚਨ ਸਾਡਾ ਵੀ ਰਬਾਬ ਤੁਸੀਂ ਵਜਾਓਗੇ ਵੀ ਤੇ ਗਾਓਗੇ ਵੀ ਉਹ ਗੁਣ ਦਾ ਭਾਈ ਮਰਦਾਨੇ ਲੈ ਕਰਕੇ ਤੁਸਾਂ ਨੇ ਭਲਾ ਕਿਸ ਤਰ੍ਹਾਂ ਕੀਤਾ ਕੀ ਕੀਤਾ ਹੈ। ਪੂਰਬ ਆਏ ਜੋ ਹਮਾ ਤੇ ਲੀਨੋ। ਪਹਿਲਾਂ ਜਦੋਂ ਸਾਡੇ ਪਾਸ ਉਹ ਸ਼ਾਦੀ ਦੇ ਸਮੇਂ ਆਏ ਸੀ ਮੰਗਣ ਇੱਕ ਦਿਨ ਤੇ ਸਾਡੇ ਪਾਸੋਂ ਲਿਆ ਸੀ ਉਹ ਬਚਨ ਦੱਸੋ ਵੀ ਉਹਦਾ ਕੀ ਕੀਤਾ ਤੁਸਾਂ ਨੇ। ਸੁਨ ਕਰਨਾ ਨਿਤ ਜੋ ਤੁਮ ਦੀਨਾ। ਭਾਈ ਮਰਦਾਨਾ ਜੀ ਕਹਿੰਦੇ ਆ ਕਿਰਪਾ ਦੇ ਖਜ਼ਾਨੇ ਦਇਆ ਦੇ ਸਮੁੰਦਰ ਮਹਾਰਾਜ ਜੀ ਸਾਡਾ ਬਚਨ ਸੁਣੀਏ। ਉਹ ਜੋ ਤੁਸਾਂ ਨੇ ਬਾਰ ਰੂਪ ਬਚਨ ਦਿੱਤੇ ਸੀ ਗੁਣ ਦਿੱਤਾ ਸੀ। ਸੋ ਤੋ ਮੈਂ ਕਿਤ ਖਰਚ ਨਾ ਕੀਨਾ। ਉਹ ਤੇ ਮੈਂ ਕਿਤੇ ਵੀ ਖਰਚ ਨਹੀਂ ਕੀਤਾ ਹੈ ਭਾਵ ਕਦੀ ਉਹ ਗੁਣ ਦੀ ਵਰਤੋਂ ਹੀ ਨਹੀਂ ਕੀਤੀ ਹੈ। ਸ੍ਰੀ ਗੁਰ ਭਨੈ ਨਾ ਬਚਨ ਹਟਾਵਹੁ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਐ ਵੀ ਭਾਈ ਮਰਦਾਨਾ ਚਲੋ ਠੀਕ ਹੈ ਜੋ ਤੁਸਾਂ ਨੇ ਕਿਹਾ ਸਾਡਾ ਜਿਹੜਾ ਬਚਨ ਹੈ ਉਹ ਨਾ ਤੁਸੀਂ ਹੁਣ ਮੋੜੋ। ਪੁਰ ਤੇ ਆਨਾ ਰਬਾਬ ਬਜਾਵਹੁ। ਸੁਲਤਾਨਪੁਰ ਚਲੇ ਜਾਓ ਉੱਥੋਂ ਰਬਾਬ ਜਿਹੜੀ ਹੈ ਲੈ ਕੇ ਆਓ ਤੇ ਫਿਰ ਵਜਾਉਣਾ ਕਰੋ। ਸੁਨਤ ਉਠਿਓ ਤੂਰਨ ਮਰਦਾਨਾ। ਸੁਣ ਕਰਕੇ ਭਾਈ ਮਰਦਾਨਾ ਜੋ ਹੈ ਬਹੁਤ ਛੇਤੀ ਉੱਠਿਆ ਹੈ। ਖੋਜਨ ਹਿਤ ਗਾ ਪੁਰ ਸੁਲਤਾਨਾ। ਵੀ ਕਿੱਥੋਂ ਮਿਲੇਗੀ ਰਬਾਬ ਉਹ ਸਾਜ਼ ਉਸ ਨੂੰ ਢੂੰਡਣ ਵਾਸਤੇ ਲੱਭਣ ਵਾਸਤੇ ਸੁਲਤਾਨਪੁਰ ਦੇ ਵਿੱਚ ਭਾਈ ਮਰਦਾਨਾ ਜੀ ਗਏ ਹਨ। ਢਾਡੀ ਗਾਵਹਿ ਅਗਰ ਪਠਾਨਾ। ਜਦੋਂ ਗਏ ਆ ਸੁਲਤਾਨਪੁਰ ਵਿੱਚ ਪ੍ਰਵੇਸ਼ ਕੀਤਾ ਤੇ ਕਿਸੇ ਥਾਂ ਦੇ ਉੱਪਰ ਇੱਕ ਪਠਾਨ ਬੈਠੇ ਹੋਏ ਉਹ ਪਠਾਣਾ ਦੇ ਅੱਗੇ ਇੱਕ ਢਾਡੀ ਗਾ ਰਿਹਾ ਸੀ ਤੇ ਰਬਾਬ ਵਜਾ ਰਿਹਾ ਸੀ। ਹੇਰਤ ਬੈਸ ਗਇਓ ਤਿਹ ਥਾਨਾ। ਬੜੀ ਸੋਹਣੀ ਉਹ ਰਬਾਬ ਵਜਾ ਰਿਹਾ ਸੀ। ਉਸ ਨੂੰ ਵੇਖ ਕੇ ਭਾਈ ਮਰਦਾਨਾ ਉਸੇ ਥਾਂ ਤੇ ਬੈਠ ਗਿਆ ਹੈ। ਦੋਹਰਾ ਜਬ ਪਠਾਨ ਨਿਜ ਘਰ ਗਇਓ। ਜਦੋਂ ਪਠਾਨ ਢਾਡੀ ਪਾਸੋਂ ਸੁਣ ਸੁਣਾ ਕੇ ਤੇ ਆਪਣੇ ਘਰ ਚਲਾ ਗਿਆ। ਮਰਦਾਨਾ ਬਚ ਪ੍ਰਾਹੇ। ਭਾਈ ਮਰਦਾਨਾ ਜੀ ਨੇ ਉਹ ਢਾਡੀ ਨੂੰ ਵੇਖ ਕੇ ਵੀ ਹੁਣੇ ਖੜਾ ਹੈ ਤੇ ਆਪਣੇ ਵੱਲੋਂ ਬਚਨ ਕਿਹਾ। ਸੁਭ ਨਰ ਏਕ ਹਕਾਰਈ। ਕਿਆ ਹੈ ਕਿ ਢਾਡੀ ਜੀ ਇੱਕ ਜੰਗਲ ਦੇ ਵਿੱਚ ਬਾਹਰ ਬੜਾ ਸ੍ਰੇਸ਼ਟ ਪੁਰਸ਼ ਮਹਾਨ ਪੁਰਸ਼ ਖੁਦਾ ਰੂਪ ਚੰਗੇ ਜੋ ਹਨ ਮਹਾਤਮਾ ਉਹ ਤੁਹਾਨੂੰ ਸੱਦ ਰਹੇ ਹਨ। ਚਲ ਢਾਡੀ ਤਿਸ ਪਾਹੇ। ਚਲੋ ਢਾਡੀ ਜੀ ਉਹਨਾਂ ਦੇ ਪਾਸ ਚਲੋ ਉਹਨਾਂ ਬੁਲਾਇਆ ਹੈ ਤੁਹਾਨੂੰ। ਜੋ ਪਈ ਲੇਕਰ ਸੰਗ ਤਿਸਾ ਤਤਕਾਲਾ। ਭਾਈ ਮਰਦਾਨਾ ਜੀ ਉਸ ਢਾਡੀ ਨੂੰ ਲੈ ਕੇ ਬੜੀ ਛੇਤੀ ਨਾਲ ਆਇਓ ਬੈਸੇ ਜਹਾਂ ਕਿਰਪਾਲਾ। ਜਿੱਥੇ ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਮਹਾਰਾਜ ਸਮਾਧੀ ਵਿੱਚ ਚੌਂਕੜਾ ਮਾਰ ਕੇ ਬਿਰਾਜਮਾਨ ਸਨ ਬੈਠੇ ਸੀ। ਲੱਗੀ ਸਮਾਧ ਨੈਣ ਅਨ ਖੁੱਲੇ। ਮਹਾਰਾਜ ਜੀ ਦੀ ਸਮਾਧੀ ਲੱਗੀ ਹੋਈ ਹੈ ਨੇਤਰ ਜਿਹੜੇ ਬੰਦ ਹਨ। ਦਿਬਤ ਰੂਪ ਦੁਤ ਦੁਖ ਦਲ ਮਲੇ। ਜੋ ਸਰੂਪ ਹੈ ਗੁਰੂ ਜੀ ਦਾ ਸੋਹਣਾ ਬੜਾ ਪ੍ਰਕਾਸ਼ ਰਿਹਾ ਤੇ ਬੜੀ ਕ੍ਰਾਂਤੀ ਹੈ ਦੁੱਖਾਂ ਨੂੰ ਦਲ ਮਲ ਰਹੇ ਹਨ। ਲੇਰ ਬਾਬ ਢਾਡੀ ਕਰ ਮਾਹੀ। ਢਾਡੀ ਜਿਹੜਾ ਗਿਆ ਹੈ ਭਾਈ ਮਰਦਾਨਾ ਜੀ ਨਾਲ ਉਸ ਰਬਾਬ ਨੂੰ ਆਪਣੇ ਹੱਥਾਂ ਵਿੱਚ ਲੈ ਕਰਕੇ ਤਾਰ ਬਜਾਏ ਰਾਗ ਸੁਰ ਪਰਾਹੀ। ਉਹ ਸਾਜ਼ ਰਬਾਬ ਨੂੰ ਵਜਾਇਆ ਹੈ ਤੇ ਜਿਹੜਾ ਰਾਗ ਦੇ ਵਿੱਚ ਸੁਰ ਨੂੰ ਮਿਲਾਇਆ ਹੈ। ਸੁਣਤ ਬਿਲੋਚਨ ਪੰਕਜ ਬਿਗਸੇ। ਰਾਗ ਜਿਹੜਾ ਸੁਰ ਵਿੱਚ ਮਿਲਾ ਕੇ ਉਹ ਵਜਾਇਆ ਹੈ
ਜਦੋਂ ਐਸਾ ਰਾਗ ਇਹ ਬੋਲਿਆ ਢਾਡੀ ਨੇ ਸੁਰ ਵਿੱਚ ਮਿਲਾ ਕੇ ਰਬਾਬ ਨੂੰ ਵਜਾਇਆ ਤੇ ਮੁੱਖੋਂ ਵੀ ਉਹ ਗਾਇਨ ਜਿਹਾ ਕੀਤਾ ਹੈ। ਸੁਣਦਿਆਂ ਸਾਰੇ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਕਵਲ ਵਰਗੇ ਨੇਤਰੋ ਖਿੜੇ ਆ ਖੁੱਲੇ ਹਨ। ਭਜਹਿ ਨਾ ਆਸ ਗੁਰਬਰ ਨਰ ਧਿਕ ਸੇ। ਭਾਈ ਬਾਲਾ ਜੀ ਕਹਿੰਦੇ ਆ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਉਸ ਵਕਤ ਗੁਰੂ ਮਹਾਰਾਜ ਜੀ ਨੇ ਜਦੋਂ ਆਪਣੇ ਨੇਤਰ ਖੋਲ੍ਹੇ ਤੇ ਗੁਰੂ ਜੀ ਦਾ ਉਸ ਸਮੇਂ ਦਾ ਜਿਹੜਾ ਸਰੂਪ ਹੈ ਜਾਂ ਗੁਰੂ ਨਾਨਕ ਸਾਹਿਬ ਜੀ ਨੂੰ ਜਿਹੜੇ ਲੋਕ ਐਸੇ ਸਤਿਗੁਰਾਂ ਨੂੰ ਸਿਮਰਦੇ ਨਹੀਂ ਹੈ ਭਜਦੇ ਨਹੀਂ ਹੈ ਉਹਨਾਂ ਦੇ ਜੀਵਨ ਨੂੰ ਧਰਕਾਰ ਹੈ ਧਰਕਾਰੇ ਹੋਏ ਲੋਕ ਹਨ। ਬਨਹਿ ਬਚਨ ਤੂੰ ਲੈ ਮਰਦਾਨਾ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਮਰਦਾਨਾ ਹੁਣ ਇਹ ਜਿਹੜੀ ਰਬਾਬ ਆ ਉਹ ਤੂੰ ਆਪਣੇ ਹੱਥਾਂ ਵਿੱਚ ਲੈ। ਤਾਰ ਪੰਜਾਬ ਹੋ ਰਾਗ ਨਿਧਾਨਾ। ਉਹ ਰਬਾਬ ਨੂੰ ਛੇੜ ਕੇ ਉਹਦੀ ਤਾਰ ਜੀ ਨੂੰ ਵਜਾਉਣਾ ਕਰੋ। ਰਾਗਾਂ ਦੇ ਖਜ਼ਾਨੇ ਭਾਈ ਮਰਦਾਨੇ। ਆਇਸ ਮਾਨ ਪਾਨ ਮਹਲੀਨਾ। ਭਾਈ ਮਰਦਾਨਾ ਜੀ ਨੇ ਡਰਦਿਆਂ ਵੀ ਮੈਨੂੰ ਆਉਂਦਾ ਜਾਂਦਾ ਤੇ ਕੱਖ ਹੈ ਨਹੀਂ ਹੈ ਤੇ ਕੀ ਸੁਣਾਵਾਂਗਾ ਕੀ ਕਰਾਂਗਾ। ਆਗਿਆ ਮੰਨ ਲਈ ਹੈ ਹੱਥਾਂ ਵਿੱਚ ਰਬਾਬ ਲੈ ਲਿਆ ਹੈ। ਕਰ ਸੁਰ ਤਾਰ ਬਜਾਵਨ ਕੀਨਾ। ਸੁਰ ਵਿੱਚ ਰਬਾਬ ਨੂੰ ਕਰਕੇ ਤੇ ਸੁਰਾਂ ਵਿੱਚ ਹੀ ਰਾਗ ਨੂੰ ਕਰਕੇ ਵਜਾਉਣਾ ਕੀਤਾ ਰਬਾਬ। ਦੋਹਰਾ ਸੁਨ ਬਨ ਕੇ ਬ੍ਰਿਖ ਹਿਤ ਸਮੈ। ਜਦੋਂ ਭਾਈ ਮਰਦਾਨਾ ਜੀ ਨੇ ਰਬਾਬ ਨੂੰ ਛੇੜਿਆ ਨਾ ਸੁਰਾਂ ਵਿੱਚ ਕੀਤਾ ਹੈ ਉਸ ਸਮੇਂ ਕਹਿੰਦੇ ਸੁਣ ਕੇ ਭਾਈ ਮਰਦਾਨਾ ਦੇ ਰਬਾਬ ਦੇ ਸਾਜ਼ ਨੂੰ ਜੰਗਲ ਦੇ ਵਿੱਚ ਜਿੰਨੇ ਵੀ ਆ ਰੁੱਖ ਬ੍ਰਿਸ਼ ਸਨ ਚੂਵਨ ਰਸ ਵੱਡ ਲਾਗ। ਉਹਨਾਂ ਸਾਰੇ ਰੁੱਖਾਂ ਵੇਲਾਂ ਪੱਤਿਆਂ ਟਾਹਣੀਆਂ 'ਚੋਂ ਰਸ ਚੋਣ ਲੱਗ ਪਿਆ ਪ੍ਰੇਮ ਦਾ। ਐਵੇਂ ਜਿਵੇਂ ਕਈ ਸੰਤ ਮਹਾਂਪੁਰਸ਼ ਕਥਾ ਕਰਦੇ ਆ। ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਮਹਾਂਪੁਰਖ ਕਥਾ ਕਰਦੇ ਸੀ ਕਿ ਚੰਦੋਆ ਸਾਹਿਬ 'ਚੋਂ ਅੰਮ੍ਰਿਤ ਚੋਣ ਲੱਗ ਪਿਆ ਸੀ। ਇਹ ਸੰਤਾਂ ਦੀ ਰਸਨਾ ਤੇ ਅੰਮ੍ਰਿਤ ਝਰਦਾ ਹੈ। ਗੁਰਬਾਣੀ 'ਚ ਹੀ ਬਚਨ ਆਉਂਦੇ ਹੈ। ਤੇ ਜਿਹੜੇ ਭਾਈ ਮਰਦਾਨਾ ਜੀ ਹੁਣ ਉਹ ਤੇ ਪ੍ਰਤਾਖੀ ਗੁਰੂ ਨਾਨਕ ਸਾਹਿਬ ਪਰਮੇਸ਼ਰ ਨਾਲ ਹੀ ਰਹਿ ਰਹੇ ਹੈ ਤੇ ਗੁਰੂ ਜੀ ਦੇ ਬਚਨ ਹਨ ਕਿ ਤੁਸੀਂ ਰਬਾਬ ਵਜਾਓ ਕਿ ਗਾਓਗੇ ਵੀ ਐਸਾ ਕੋਈ ਗਾ ਨਹੀਂ ਸਕੇਗਾ। ਰਬਾਬ ਨੂੰ ਜਦੋਂ ਛੇੜਿਆ ਉਸ ਸਮੇਂ ਸਾਰੇ ਜਿਹੜੇ ਰੁੱਖ ਹੈ ਉਹਨਾਂ ਵਿੱਚੋਂ ਰਸ ਚੋਣ ਲੱਗ ਪਿਆ ਹੈ ਬਹੁਤ। ਬਰਨ ਬਰਨ ਬਰ ਬਿਹੰਗ ਜੇ ਉਮਗਿਓ। ਬਿਹੰਗ ਜੀ ਜੋ ਰੰਗਾਂ ਰੰਗਾਂ ਦੇ ਬੜੇ ਸ੍ਰੇਸ਼ਟ ਪੰਛੀ ਸਨ। ਉਮਗਿਓ ਤਿੰਨ ਅਨੁਰਾਗ। ਉਹਨਾਂ ਦੇ ਹਿਰਦੇ ਵਿੱਚ ਪੰਛੀਆਂ ਨੂੰ ਸੁਣ ਕੇ ਐਸੀ ਉਹ ਜਿਹੜਾ ਉਛਾਲਾ ਜਿਹਾ ਉੱਠਿਆ ਪ੍ਰੇਮ ਦਾ ਹੀ ਜਿਹੜਾ ਪ੍ਰੇਮ ਉਛਲਿਆ ਉਹਨਾਂ ਦੇ ਅੰਦਰ। ਚੌਪਈ ਤੀਰ ਸਮੀਰ ਰਹੀ ਫਿਰ ਹੋਈ। ਉਸ ਵਕਤ ਜਿਹੜੀ ਹਵਾ ਸੀ ਉਹ ਵੀ ਭਾਈ ਮਰਦਾਨਾ ਜੀ ਦੇ ਨੇੜੇ ਹੋ ਕੇ ਸਥਿਤ ਹੋ ਗਈ ਇੱਕੇ ਥਾਂ ਟਿਕ ਗਈ। ਸੁਣੀ ਤਾਨ ਮੋਹੇ ਸਭ ਕੋਈ। ਜਿਨ੍ਹਾਂ ਨੇ ਆਪਣੇ ਕੰਨਾਂ ਦੇ ਵਿੱਚੋਂ ਤਾਣ ਸੁਣੀ ਹੈ ਉਹ ਸੁਰ ਸੁਣੀ ਹੈ ਰਬਾਬ ਦੀ ਨਿਕਲੀ ਹੋਈ ਉਹ ਸਭ ਕੋਈ ਮੋਹੇ ਗਏ ਹਨ। ਜਿਹ ਤੇ ਚੱਡ ਚੇਤਨ ਹੋਇ ਗਏ। ਜਿਹ ਤੇ ਚੱਡ ਚੇਤਨ ਹੋਇ। ਵੇਖ ਚੱਡ ਜਿਹ ਤੇ ਜੜ ਚੇਤਨ ਹੋਇ ਗਏ। ਜਿਸ ਭਾਈ ਮਰਦਾਨਾ ਜੀ ਦੇ ਰਬਾਬ ਵਜਾਉਣੇ ਕਰਕੇ ਜਿਹੜੇ ਜੜ ਸੀ ਨਾ ਰੁੱਖ ਉਹ ਚੇਤਨ ਹੋ ਗਿਆ ਸੁਚੇਤ ਹੋ ਗਏ। ਜੇ ਚੇਤਨ ਸੇ ਜੜ ਵਤ ਭਏ। ਜਿਹੜੇ ਚੇਤਨ ਸਨ ਭਾਵ ਪੰਛੀ ਆਦਿਕ ਉਹ ਸਾਰੇ ਜੜ ਵਾਂਗ ਹੀ ਹੋ ਗਏ ਇੱਕੇ ਥਾਂ ਟਿਕ ਗਏ। ਬਨ ਤੇ ਮ੍ਰਿਗ ਆਏ ਭੇ ਠਾਂਡੇ। ਜਿਹੜੇ ਜੰਗਲ ਵਿੱਚ ਹਿਰਨ ਇੱਧਰ ਉੱਧਰ ਡਾਰਾਂ ਦੀ ਡਾਰਾਂ ਭੱਜੀਆਂ ਜਾ ਰਹੀਆਂ ਸਨ ਉਹ ਵੀ ਇੱਕੇ ਥਾਂ ਆ ਕੇ ਖੜੀਆਂ ਹੋ ਗਈਆਂ ਕੋਲ। ਅਤ ਮਨ ਮਹਿ ਅਨੁਰਾਗ ਹੈ ਬਾਡੇ।
ਉਹਨਾਂ ਦੇ ਮਨ ਵਿੱਚ ਹਿਰਨਾਂ ਦੇ ਬਹੁਤ ਪ੍ਰੇਮ ਹੀ ਵਧਿਆ ਹੈ। ਸੋ ਢਾਡੀ ਸੋਨਾ ਬਿਸਮੈ ਭਇਓ। ਉਧਰ ਜੋ ਢਾਡੀ ਸੀ, ਜਿਹੜਾ ਰਬਾਬ ਚੰਗੀ ਤਰ੍ਹਾਂ ਜਾਣਦਾ ਸੀ, ਉਹ ਵੀ ਪਾਸ ਹੀ ਬੈਠਾ ਸੀ। ਜਦੋਂ ਢਾਡੀ ਨੇ ਸੁਣਿਆ, ਉਹਦੇ ਅਚਰਜ ਹੈਰਾਨ ਹੋ ਗਿਆ ਹੈ। ਬਿਸਰ ਅਪਾਨ ਹੈ ਤਿਹ ਛਿਨ ਗਇਓ। ਬਿਸਰ ਆਪਨ ਹੈ, ਉਹ ਢਾਡੀ ਜਿਹੜਾ ਹੈ ਉਸ ਸਮੇਂ ਆਪਣੇ ਆਪ ਨੂੰ ਉਹ ਵੀ ਭੁਲਾ ਬੈਠਾ, ਭਾਵ ਉਹ ਵੀ ਭੁੱਲ ਗਿਆ, ਉਹਦੀ ਸਮਾਧੀ ਲੱਗ ਗਈ। ਕਿਤਨਕ ਚਿਰ ਪੇ ਭਜਨ ਬਖਾਨਾ। ਕਿਤਨਕ ਕਿੰਨਾ ਚਿਰ ਤੇ ਉਹ ਢਾਡੀ ਨੇ ਜਿਹੜਾ ਹੈ ਬਹੁਤ ਸਮੇਂ ਬਾਅਦ ਐਵੇਂ ਬਚਨ ਕਿਹਾ ਭਾਈ ਮਰਦਾਨੇ ਨੂੰ। ਵੱਡ ਗੁਣਵਾਨ ਨਾ ਤੋ ਸਮ ਆਨਾ। ਹੈ ਵੀ ਭਾਈ ਮਰਦਾਨੇ, ਤੇਰੇ ਵਰਗਾ, ਤੇਰੇ ਸਮਾਨ ਇਸ ਸੰਸਾਰ ਦੇ ਉੱਪਰ ਹੋਰ ਕੋਈ ਗੁਣ ਵਾਲਾ ਹੈ ਹੀ ਨਹੀਂ। ਬਹੁਤ ਦੇਸ਼ ਢਾਡੀ ਮੈਂ ਦੇਖੇ। ਮੈਂ ਬਹੁਤ ਇਲਾਕਿਆਂ ਦੇਸ਼ਾਂ 'ਚ ਗਿਆ ਹਾਂ, ਪਰ ਢਾਡੀ ਮੈਂ ਦੇਖਿਆ ਭਾਈ ਮਰਦਾਨੇ, ਤੇਰੇ ਵਰਗਾ ਦੇ ਜਿਹੜਾ ਗਾਉਣ ਵਾਲਾ ਤੇ ਸਾਜ਼ ਵਜਾਉਣ ਵਾਲਾ ਦੇਖਿਆ ਨਹੀਂ ਕੋਈ। ਅਸਗੁਣ ਕਹਿ ਮਹਿ ਨਹੀਂ ਵਿਸੇਖੇ। ਇਸ ਤਰ੍ਹਾਂ ਦਾ ਜਿਹੜਾ ਵਿਸ਼ੇਸ਼ ਹੀ ਗੁਣ ਹੈ, ਬਹੁਤ ਤਗੜਾ, ਹੋਰ ਕਿਸੇ ਵਿੱਚ ਤੇ ਨਹੀਂ ਮੈਂ ਵੇਖਿਆ ਅੱਜ ਤੱਕ। ਦੋਹਰਾ ਸ੍ਰੀ ਨਾਨਕ ਬੋਲੇ ਬਹਰ। ਮੁੜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਬੋਲੇ ਹੈ। ਕਹੋ ਮਰਦਾਨਾ ਬੈਨਾ। ਭਾਈ ਮਰਦਾਨਾ ਜੀ, ਤੁਸੀਂ ਆਪਣਾ ਬਚਨ ਦੱਸੋ। ਕੈਸੋ ਗੁਣ ਮਨ ਮਾਨਿਆ। ਆ ਜਿਹੜਾ ਤੁਹਾਨੂੰ ਗੁਣ ਦਿੱਤਾ ਵੀ ਰਬਾਬ ਵੀ ਜਾਓਗੇ ਤੇ ਰਾਗਾਂ ਵਿੱਚ ਗਾਓਗੇ ਵੀ, ਉਹ ਜਿਹੜਾ ਗੁਣ ਕਿਸ ਤਰ੍ਹਾਂ ਦਾ ਮਨ ਵਿੱਚ ਮੰਨਿਆ ਤੁਸਾਂ ਨੇ। ਗਾਵਨ ਤਾਰ ਬਜਾਨਾ। ਜਿਹੜਾ ਵੀ ਆ ਰਬਾਬ ਦੀ ਤਾਰ ਨੂੰ ਛੇੜ ਕੇ ਵਜਾਉਣਾ ਕੀਤਾ, ਨਾਲ ਗਾਉਣਾ ਕੀਤਾ, ਕਿਸ ਤਰ੍ਹਾਂ ਤੁਹਾਡੇ ਮਨ ਨੂੰ ਮੰਨਿਆ, ਭਾਵ ਚੰਗਾ ਲੱਗਾ ਕਿ ਨਹੀਂ ਲੱਗਾ। ਚੌਪਈ ਸੁਨਹਾ ਪ੍ਰਭੂ ਆਨਨ ਇੱਕ ਮੇਰੋ। ਭਾਈ ਮਰਦਾਨਾ ਜੀ ਦੇ ਨਿਹਾਲ ਹੋਏ ਪਏ ਐ, ਕਹਿੰਦੇ ਐ ਪਰਮੇਸ਼ਰ ਮਹਾਰਾਜ, ਮੇਰਾ ਤੇ ਸੱਚਾ ਪਾਤਸ਼ਾਹ ਇੱਕ ਮੁਖ ਹੈ, ਇੱਕ ਹੀ ਰਸਨਾ ਹੈ। ਕਿਹ ਬਿਦ ਸਜਸ ਬਖਾਨਾ ਤੇਰੋ। ਕਿਸ ਤਰ੍ਹਾਂ ਤੁਹਾਡਾ ਜਿਹੜਾ ਜਸ ਮੈਂ ਇੱਕ ਮੁਖ ਨਾਲ, ਇੱਕ ਜ਼ਬਾਨ ਨਾਲ ਕਹਾਂ, ਸ਼ੇਸ਼ਨਾਗ ਦੀਆਂ 1000 ਫੰਨਾ ਹੈ, 2000 ਰਸਨਾ ਹੈ, ਨਿਤ ਨਵਾਂ ਨਾਮ ਕਹਿੰਦਾ ਹੈ ਰੋਜ਼ ਹੀ, ਤੇ ਦੂਸਰੀ ਵਾਰ ਉਹ ਨਾਮ ਨਹੀਂ ਲੈਂਦਾ ਹੈ। ਸਨਕਾਦਿਕ ਬ੍ਰਹਮਾ ਦੇ ਪੁੱਤਰ ਚੌਵੇਂ ਨਾਮ ਜਪਦੇ ਪਰਮੇਸ਼ਰ ਦਾ। 5 ਸਾਲ ਦੀ ਉਮਰ ਤੱਕ ਉਹਨਾਂ ਦੀ ਉਮਰ ਹੈ, ਜਨਮ ਲੈਂਦੇ ਹੈ, ਫਿਰ ਨਾਮ ਜਪਦੇ 5 ਸਾਲ ਹੀ ਸਿਰਫ, ਫਿਰ ਮਰ ਜਾਂਦੇ, ਸਰੀਰ ਛੱਡ ਜਾਂਦੇ, ਫਿਰ ਹੋ ਜਾਂਦੇ। ਇੰਨੇ ਨੇ ਭਗਤ ਹੋ ਗਏ ਆ ਗੁਰੂ ਮਹਾਰਾਜ, ਉਹ ਨਹੀਂ ਤੁਹਾਡਾ ਜਸ ਕਹਿ ਸਕੇ। ਇੰਨੇ ਮੁੱਖਾਂ ਵਾਲੇ ਸ਼ੇਸ਼ਨਾਗ ਵਰਗੇ, ਮੇਰੇ ਵਰਗਾ ਗੁਰੂ ਜੀ ਇੱਕ ਮੁਖ ਵਾਲਾ, ਇੱਕ ਰਸਨਾ ਵਾਲਾ, ਕੀ ਤੁਹਾਡਾ ਜਸ ਕਵੇ, ਕਿਸ ਤਰ੍ਹਾਂ ਕਹਿ ਸਕਦਾ ਹੈ। ਪੂਰਨ ਪੁਰਖ ਕੇ ਆਪ ਖੁਦਾਏ। ਆਪ ਤੇ ਪੂਰਨੀ ਪੁਰਖ ਹੋ, ਜਾਂ ਤੇ ਆਪ ਹੀ ਖੁਦਾ ਹੋ। ਜਿਹ ਬਚ ਤੇ ਮੁਝ ਅਸ ਗੁਣ ਆਏ। ਜਿਸ ਕਰਕੇ ਆਪ ਖੁਦਾ ਹੋ, ਜਿਹਦੇ ਕਰਕੇ ਐਸਾ ਜਿਹੜਾ ਗੁਣ ਹੈ ਰਬਾਬ ਵਜਾਉਣ ਦਾ ਮੇਰੇ ਵਿੱਚ ਸੱਚੇ ਪਾਤਸ਼ਾਹ ਜੀ ਸੁੱਤੇ ਸਿੱਧੀ ਆ ਗਿਆ ਹੈ। ਗਾਏ ਨਾ ਕਬਹੋਂ ਤਾਰ ਵਜਾਇਆ। ਨਾ ਮੈਂ ਕਦੀ ਗਾਇਆ ਹੈ, ਨਾ ਕਦੀ ਉਹ ਸਾਜ ਰਬਾਬ ਹੀ ਵਜਾਇਆ ਹੈ। ਅਬਹ ਅਚਾਨਕ ਗੁਣ ਮੈਂ ਪਾਇਆ। ਆ ਤੇ ਹੁਣੇ ਤੁਹਾਡੀ ਕਿਰਪਾ ਨਾਲ ਅਚਨਚੇ ਤੇ ਅਚਾਨਕ ਹੀ ਗੁਣ ਪਾਇਆ ਹੈ। ਉਠਿਓ ਬੰਦ ਕਰ ਕੀਨੀ ਬੰਦਨਾ। ਭਾਈ ਮਰਦਾਨਾ ਜੀ ਉਸ ਵਕਤ ਉੱਠਿਆ, ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ। ਤਵ ਦਰਸ਼ਨ ਤ੍ਰੈ ਤਾਪ ਨਿਕੰਦਨਾ। ਤੁਹਾਡਾ ਦਰਸ਼ਨ ਗੁਰੂ ਜੀ ਐਸਾ ਹੈ, ਤਿੰਨੇ ਤਾਪ ਹੀ, ਆਦੀ ਵਿਆਦੀ ਉਪਾਦੀ, ਇਹ ਖਤਮ ਹੋ ਜਾਂਦੇ। ਤਿੰਨੇ ਤਾਪਾਂ ਨੂੰ ਕੱਟਣ ਵਾਲਾ ਤੁਹਾਡਾ ਦਰਸ਼ਨ ਹੈ। ਜਿਹ ਬਿਦ ਬਦਨ ਬਦਹੁ ਸੁਖ ਧਾਮਾ। ਸੁੱਖਾਂ ਦੇ ਘਰ ਗੁਰੂ ਜੀ ਜਿਸ ਤਰ੍ਹਾਂ ਹੀ ਆਪਣੇ ਮੁਖੋਂ ਤੁਸੀਂ ਕਹੋ। ਤਿਹ ਬਿਦ ਕਰਹੁ ਅਬਹਿ, ਤਿਹ ਬਿਦ ਕਰਹੁ ਅਬਹਿ ਸੁਖ ਕਾਮਾ। ਸੁਖ
ਸੁਖ ਦੇਣ ਵਾਲੀਆਂ ਕਾਮਨਾਵਾਂ ਨੂੰ ਪੂਰੇ ਕਰਨ ਵਾਲੇ ਸੱਚੇ ਪਾਤਸ਼ਾਹ ਉਸੇ ਤਰ੍ਹਾਂ ਹੀ ਮੈਂ ਹੁਣ ਕਰਾਂਗਾ, ਜਾਂ ਸੁਖ ਦੇਣ ਵਾਲਾ ਜਿਹੜਾ ਕੰਮ ਹੈ ਉਸੇ ਤਰ੍ਹਾਂ ਹੀ ਹੁਣ ਮੈਂ ਕਰਾਂਗਾ। ਸੁਨ ਬੋਲੇ ਪ੍ਰਭ ਦੀਨ ਦਿਆਲਾ। ਦੀਨਾਂ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਗੁਰੂ ਜੀ ਸੁਣ ਕੇ ਬੋਲੇ ਹੈ। ਲਿਹੋਰ ਬਾਬ ਜੋ ਰਚਰ ਵਿਸਾਲਾ। ਭਾਈ ਮਰਦਾਨਾ ਜੀ, ਜਿਹੜੀ ਸੋਹਣੀ ਚੰਗੀ ਰਬਾਬ ਹੋਵੇ ਉਹ ਤੂੰ ਹੁਣ ਖਰੀਦ ਲੈ। ਦੋਹਰਾ ਪ੍ਰਭ ਜੀ ਲਿਓ ਤੰਬੂਰ ਕੋ। ਭਾਈ ਮਰਦਾਨਾ ਜੀ ਕਹਿਣ ਲੱਗੇ ਐ, ਪ੍ਰਭੂ ਜੀ, ਗੁਰੂ ਜੀ, ਮੇਰਾ ਤੇ ਖਿਆਲ ਹੈ ਕਿ ਤੰਬੂਰ ਜਿਹੜਾ ਉਸ ਨੂੰ ਲੈ ਲਈਏ। ਸ਼ੁਭ ਆਵਾਜ਼ ਹੋਏ ਜਾਹੇ। ਜਿਸ ਦੀ ਆ ਚੰਗੀ ਸੋਹਣੀ ਆਵਾਜ਼ ਹੋਵੇਗੀ, ਚੰਗੀ ਸੋਹਣੀ ਜੋ ਆਵਾਜ਼ ਕੱਢਦਾ ਹੈ ਤੰਬੂਰ ਸਾਜ਼, ਸੁੰਦਰ ਹਰਵੋ ਭਾਰ ਮਹਿ। ਫਿਰ ਉਹ ਸੋਹਣਾ ਵੀ ਹੈ ਤੇ ਹੌਲਾ ਵੀ ਹੈ ਭਾਰ ਵਿੱਚ। ਗਾਏ ਬਜਾਵੋ ਤਾਹੇ। ਉਸ ਦੇ ਨਾਲ ਮੈਂ ਤੰਬੂਰ ਨੂੰ ਵਜਾਵਾਂਗਾ, ਸੁਰ ਵਿੱਚ ਸੁਰ ਮਿਲਾ ਕੇ ਤੇ ਗਾਵਾਂਗਾ। ਚੌਪਈ ਸ੍ਰੀ ਮੁਖ ਬੋਲੇ ਸੁਨ ਮਰਦਾਨਾ। ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਬੋਲੇ ਵੀ ਭਾਈ ਮਰਦਾਨਾ ਸੁਣ ਬਚਨ। ਸੋਦੋ ਬਾਦਤ ਇਹ ਸੁਖ ਸਾਨਾ। ਇਹ ਜਿਹੜਾ ਰਬਾਬ ਹੈ ਨਾ ਸਾਜ਼, ਇੱਕ ਤੇ ਸਿੱਧਾ ਹੈ ਤੇ ਸੁਖ ਬਖਸ਼ਣ ਵਾਲਾ ਹੈ, ਆਸਾਨ ਹੈ ਵਜਾਉਣ ਵਿੱਚ ਵੀ। ਅਪਰ ਜੇ ਇਹ ਮੇਰੇ ਚਤੁਰਾਈ। ਹੋਰ ਜੇ ਕੋਈ ਸਾਜ਼ ਜਿਹੜੇ ਹਨ ਤੰਬੂਰ ਆਦਿਕ ਜਿਨ੍ਹਾਂ ਦੇ ਤੁਸੀਂ ਨਾਮ ਲੈ ਰਹੇ, ਉਹਨਾਂ ਦੇ ਵਿੱਚ ਚੰਚਲਤਾਈ, ਉਹਨਾਂ ਦੇ ਸਾਜ਼ਾਂ ਵਿੱਚ ਚਤੁਰਾਈ ਮਿਲੀ ਹੁੰਦੀ ਹੈ। ਵਿਸ਼ੈ ਬਾਸ਼ਨਾ ਸੋ ਉਪਜਾਈ। ਉਹਨਾਂ ਦੇ ਸਾਜ਼ ਜਦੋਂ ਵੱਜਦੇ ਆ, ਨਿਕਲਦੇ ਆ ਤੇ ਉਹ ਵਿਸ਼ੇ ਦੀਆਂ ਵਾਸ਼ਨਾ ਪੈਦਾ ਕਰਦੇ ਆ, ਵਿਸ਼ੇ ਵਿਕਾਰ ਪੈਦਾ ਹੁੰਦੇ ਹਿਰਦੇ ਵਿੱਚ। ਰੱਬ ਜੀ ਰਾਵਰ ਸੁਭ ਕਰ ਜਾਈ। ਭਾਈ ਮਰਦਾਨਾ ਜੀ ਕਹਿਣ ਲੱਗੇ, ਗੁਰੂ ਜੀ, ਜਿਵੇਂ ਆਪ ਜੀ ਦੀ ਆ ਚੰਗੀ ਜਿਹੜੀ ਆਗਿਆ ਹੈ, ਰਚਾ ਜੋ ਤੁਮ ਕੋ ਭਲ ਬਿਦ ਸਾਈ। ਜਿਸ ਤਰ੍ਹਾਂ ਆਪ ਜੀ ਦੀ ਰੁਚੀ ਹੈ, ਚੰਗਾ ਲੱਗਦਾ, ਉਸੇ ਤਰ੍ਹਾਂ ਉਹੀ ਸਾਨੂੰ ਮੇਰੇ ਲਈ ਚੰਗਾ ਹੈ। ਤੀਜੈ ਮੂਲ ਬਹਿ ਮੈਂ ਜਾਉ। ਹੁਣ ਕਿਰਪਾ ਕਰੀਏ ਕਿ ਮੈਨੂੰ ਮੁੱਲ ਜਿਹੜਾ ਰਬਾਬ ਲਿਆਉਣ ਦਾ ਦੇ ਦਈਏ, ਮੈਂ ਹੁਣੇ ਚਲਿਆ ਜਾਂਦਾ ਹਾਂ। ਖੋਜ ਰਬਾਬ ਨਗਰ ਤੇ ਲਿਆਉ। ਸੁਲਤਾਨਪੁਰ ਵਿੱਚ ਫਿਰ ਤੁਰ ਕੇ ਲੱਭ ਭਾਲ ਕੇ ਤੇ ਉਹ ਰਬਾਬ ਲਿਆਉਣਾ ਹਾਂ, ਲਿਆਵਾਂਗਾ। ਸ੍ਰੀ ਗੁਰ ਕਹਿ ਜਾਜ ਨਾ ਜੋ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਾ ਜੀ, ਆ ਜਿਹੜੀ ਕੋਈ ਮੰਗ ਹੈ ਨਾ ਕਿ ਕਿਸੇ ਕੋ ਮੰਗਣਾ, ਨਹ ਨੇਕੀ ਜਾਣਹਿ ਸਭ ਕੋ। ਜਿਹੜਾ ਕਿਸੇ ਕੋ ਮੰਗਣਾ ਹੈ, ਸਿਆਣੇ ਲੋਕ ਕਹਿੰਦੇ ਚੰਗੀ ਨਹੀਂ ਜਾਣੀ ਜਾਂਦੀ ਕਿਸੇ ਅੱਗੇ ਹੱਥ ਫੈਲਾਉਣਾ। ਤਦਪ ਚਾਹੇ ਜਬ ਲਗ ਹੋਇ ਪ੍ਰਾਨੀ। ਫੇਰ ਵੀ ਜਦੋਂ ਤੱਕ ਇਹ ਪੁਰਾਣਾ ਧਾਰੀ ਜੀਵ ਸੰਸਾਰ ਤੇ ਰਹਿੰਦਾ, ਇਹਨੂੰ ਮੰਗਣ ਦੀ ਇੱਛਾ ਬਣੀ ਰਹਿੰਦੀ ਹੈ। ਜਾਚਨ ਕਰਵਾਵਹਿ ਗੁਣ ਹਾਨੀ। ਇਹ ਜਿਹੜਾ ਕਿਸੇ ਕੋ ਮੰਗਣਾ ਹੈ, ਹੱਥ ਫੈਲਾਉਣਾ ਹੈ, ਗੁਣਾਂ ਨੂੰ ਨਾਸ ਕਰ ਦਿੰਦਾ ਹੈ। ਪਰ ਸੰਸਾਰ ਵਿੱਚ ਰਹਿੰਦਿਆਂ ਮਨੁੱਖ ਦੀ ਮੰਗਣ ਮੰਗਾਉਣ ਦੀ ਜਿਹੜੀ ਇੱਛਾ, ਇਹ ਮੰਗ ਜਿਹੜੀ ਕਰਵਾਉਂਦੀ ਰਹਿੰਦੀ, ਲੱਗੀ ਰਹਿੰਦੀ ਹੈ। ਦੋਹਰਾ ਜਾਵਹੁ ਸਸਾ ਆਵਾਸ ਕੋ। ਫਿਰ ਕਿਹਾ ਹੈ ਗੁਰੂ ਜੀ ਨੇ, ਭਾਈ ਮਰਦਾਨਾ ਠੀਕ ਹੈ, ਜੇ ਉਹ ਰਬਾਬ ਵਾਸਤੇ ਮੁੱਲ ਲੈਣਾ ਤੇ ਸਾਡੀ ਭੈਣ ਨਾਨਕੀ ਦੇ ਘਰ ਚਲਿਆ ਜਾ। ਮੁੱਲ ਰਬਾਬ ਕੇਤ। ਰਬਾਬ ਨੂੰ ਲਿਆਉਣ ਵਾਸਤੇ ਜੋ ਮੁੱਲ ਹੈ ਉਹਦੇ ਵਾਸਤੇ। ਸੁਨ ਗਮਨਿਓ ਗ੍ਰਹਿ ਨਾਨਕੀ। ਸੁਣ ਕਰਕੇ ਭਾਈ ਮਰਦਾਨਾ ਜੀ ਭੈਣ ਨਾਨਕੀ ਦੇ ਘਰ ਚਲੇ ਗਏ ਬੜੀ ਛੇਤੀ। ਤਜ ਬੇਦੀ ਕੁਲ ਕੇਤ। ਬੇਦੀਆਂ ਦੇ ਕੁਲ ਦੇ ਜੋ ਧੁਜਾ ਰੂਪ ਨਿਸ਼ਾਨ ਹੈ ਗੁਰੂ ਨਾਨਕ ਸਾਹਿਬ ਜੀ, ਉਹਨਾਂ ਨੂੰ ਜੰਗਲ ਵਿੱਚ ਹੀ ਛੱਡ ਕੇ। ਸੋਰਠਾ ਸੋ ਢਾਡੀ ਕਹਿ ਬੈਨ। ਇਧਰੋਂ ਜੋ ਢਾਡੀ ਸੀ ਗੁਰੂ ਜੀ ਦੇ ਪਾਸ ਬੈਠਾ ਹੋਇਆ, ਉਸਨੇ ਬਚਨ ਕਹੇ, ਲੀਜਾ ਇਹੋ ਰਬਾਬ ਤੁਮਾ। ਸੱਚਾ ਪਾਤਸ਼ਾਹ ਮਹਾਰਾਜ ਜੀ,
ਕਾਨੂੰ ਜਿਹੜੀ ਹੈ ਮੁੱਲ ਰਬਾਬ ਲਿਆਉਣੀ ਮੁੱਲ ਦੇ ਕੇ, ਆ ਜਿਹੜੀ ਮੇਰੇ ਪਾਸੋਂ ਰਬਾਬ ਹੈ ਉਹ ਤੁਸੀਂ ਲੈ ਲਓ। ਬੋਲੇ ਕਰਨਾ ਐਨ ਕਿਰਪਾ ਦੇ ਜੋ ਘਰ ਹੈ ਗੁਰੂ ਜੀ ਬੋਲੇ ਹਨ। ਪਹੁੰਚਿਓ ਹਮ ਨਿਜ ਨਿਕਟ ਰੱਖ। ਕਿਆ ਹੈ ਭਾਈ ਢਾਡੀ ਜੀ, ਤੁਹਾਡਾ ਜਿਹੜਾ ਤੁਸੀਂ ਕਹਿ ਦਿੱਤਾ ਇਹ ਸਾਨੂੰ ਪਹੁੰਚ ਗਿਆ ਹੈ, ਤੁਸੀਂ ਆਪਣੇ ਕੋਲ ਹੀ ਰੱਖੋ ਇਸ ਰਬਾਬ ਨੂੰ। ਸੋਰਠਾ ਦਇਆ ਦ੍ਰਿਸ਼ਟ ਕੋ ਦੇਖ। ਮੇਰ ਦੀ ਦ੍ਰਿਸ਼ਟੀ ਨਾਲ ਉਹ ਢਾਡੀ ਵੱਲ ਦੇਖ ਗਏ। ਦੁਰਮਤ ਦੁਖ ਦ੍ਰੁਤ ਦੂਰ ਕੀਆ। ਜਿਹੜੀ ਖੋਟੀ ਮੱਤ ਦਾ ਦੁੱਖ ਹੈ ਬੜਾ ਮਾੜਾ, ਬੜੀ ਛੇਤੀ ਗੁਰੂ ਜੀ ਨੇ ਦੂਰ ਕਰ ਦਿੱਤਾ ਉਸ ਦਾ, ਜਾਂ ਇਸ ਤਰ੍ਹਾਂ ਵੀ ਖੋਟੀ ਮੱਤ ਵੀ ਦੂਰ ਕਰ ਦਿੱਤੀ ਹੈ। ਜਿਹੜੇ ਦੁੱਖ ਹੈ ਲੋਕ ਪਰਲੋਕ ਦੇ ਉਹਦੇ ਸਾਰੇ ਦੂਰ ਕਰ ਦਿੱਤੇ ਮੇਰ ਦੀ ਨਜ਼ਰ ਨਾਲ ਹੀ। ਹਰਖ ਵਸੇਖ ਪਰੇਖ। ਇੱਧਰ ਇਹ ਜਿਹੜਾ ਢਾਡੀ ਹੈ ਕਿ ਮੇਰੀ ਖੋਟੀ ਮੱਤ ਨਾਸ ਹੋ ਗਈ ਹੈ, ਮੇਰੇ ਦੁੱਖ ਗੁਰੂ ਜੀ ਨੇ ਦੂਰ ਕਰ ਦਿੱਤੇ। ਅਗਿਆਨ ਦਾ ਵੱਡਾ ਦੁੱਖ ਇਹ ਪਰਖ ਕੇ ਬਹੁਤ ਹੀ ਖੁਸ਼ ਹੋਇਆ ਹੈ। ਲੱਖ ਅਲੇਖ ਨੇ ਵੇਖ ਲਿਆ। ਦੁਬਾਰਾ ਪੜ੍ਹ। ਲੱਖ ਅਲੇਖ ਨੇ ਵੇਖ ਕੀ ਲਈ ਕਹਿਣ ਲੱਗਾ ਹੈ, ਜਾਣ ਲਿਆ ਹੈ ਵੀ ਜੋ ਲਿਖਿਤ ਰਹਿਤ ਨਾ ਪਰਮੇਸ਼ਰ ਅਲੇਖ ਉਸ ਨੇ ਹੀ ਆ ਗੁਰੂ ਨਾਨਕ ਸਾਹਿਬ ਜੀ ਦਾ ਭੇਖ ਲਿਆ ਹੈ, ਅਵਤਾਰ ਧਾਰਿਆ ਹੈ। ਚੌਪਈ ਸਦਨ ਜਾਏ ਭਾਖਤ ਮਰਦਾਨਾ। ਭਾਈ ਮਰਦਾਨਾ ਜੀ ਚਲਿਆ ਗਿਆ ਹੈ ਭੈਣ ਨਾਨਕੀ ਦੇ ਘਰ ਜਾ ਕੇ ਤੇ ਇਸ ਤਰ੍ਹਾਂ ਕਿਹਾ, ਤਵ ਭਰਾਤਾ ਇੱਕ ਸਵਾਲ ਬਖਾਨਾ। ਕਿਆ ਹੈ ਨਾਨਕੀ ਜੀ, ਤੁਹਾਡੇ ਭਰਾ ਨੇ ਇੱਕ ਸਵਾਲ ਪਾਇਆ ਹੈ ਤੁਹਾਨੂੰ। ਸੁਨ ਹਰਖੀ ਆਨਨ ਬਚਪਨਿਆ। ਸੁਣ ਕੇ ਭੈਣ ਨਾਨਕੀ ਦੇ ਬੜੇ ਖੁਸ਼ ਹੋਏ ਹੈ, ਮੁਖੋਂ ਬਚਨ ਕਹਿਆ ਹੈ, ਆਜ ਜਨਮ ਮੈਂ ਸਫਲਾ ਗਨਿਆ। ਭਾਈ ਮਰਦਾਨਾ ਜੀ, ਜੇ ਮੇਰੇ ਭਰਾ ਗੁਰੂ ਨਾਨਕ ਸਾਹਿਬ ਜੀ ਨੇ ਮੈਨੂੰ ਸਵਾਲ ਪਾਇਆ ਹੈ, ਮੈਂ ਤੇ ਧਨ ਹੋ ਗਈ ਹਾਂ। ਅੱਜ ਮੈਂ ਆਪਣਾ ਜਨਮ ਜਿਹੜਾ ਹੈ ਉਹ ਸਫਲਾ ਜਿਹੜਾ ਸਕਾਰਥਾ ਗਿਣਿਆ ਹੈ। ਧਨ ਭਾਗ ਮੈਂ ਆਪਣਾ ਜਾਣਾ। ਮੈਂ ਤੇ ਆਪਣਾ ਜਿਹੜਾ ਭਾਗ ਹੈ ਉਹ ਧਨ ਹੀ ਜਾਣਿਆ, ਧਨਤਾ ਜੋਗੀ ਮੰਨਿਆ ਅੱਜ ਆਪਣੇ ਆਪ ਨੂੰ। ਕਰਹੁ ਨਿਸੰਗ ਸਵਾਲ ਮਰਦਾਨਾ। ਭਾਈ ਮਰਦਾਨਾ ਜੀ, ਜੋ ਗੁਰੂ ਨਾਨਕ ਸਾਹਿਬ ਮੇਰੇ ਭਰਾ ਜੀ ਨੇ ਸਵਾਲ ਮੈਨੂੰ ਪਾਇਆ ਹੈ, ਉਹ ਆਪਨ ਤੂੰ ਨਿਸੰਗ ਅਸੰਗ ਤੋਂ ਰਹਿਤ ਹੋ ਕੇ ਕਹੋ। ਮੁਝੈ ਨਾ ਜਾਣਾ ਦੀਨ ਵਾਸੂ। ਉਹ ਭਾਈ ਮਰਦਾਨਾ ਜੀ ਬੋਲਿਆ, ਭੈਣ ਨਾਨਕੀ ਜੀ, ਆ ਮੈਨੂੰ ਤੇ ਜਿਹੜਾ ਹੈ ਨਾ ਗੁਰੂ ਨਾਨਕ ਸਾਹਿਬ ਜੀ ਨੇ ਘਰ ਨਹੀਂ ਜਾਣ ਦਿੱਤਾ। ਕਰ ਅਬਲਾਖ ਰਖਿਓ ਨਿਜ ਪਾਸੋ। ਤੇ ਜਿਹੜਾ ਖਾਸ ਤੌਰ ਤੇ ਖਾਸ ਕਰਕੇ ਮੈਨੂੰ ਆਪਣੇ ਪਾਸ ਰੱਖ ਲਿਆ ਇੱਛਾ ਕਰਕੇ। ਅਬਹਰ ਬਾਬ ਖਰੀਦਨ ਭੇਜਾ। ਹੁਣ ਮੇਰੇ ਤੇ ਕਿਰਪਾ ਕੀਤੀ ਹੈ ਤੇ ਮੈਨੂੰ ਫਿਰ ਰਬਾਬ ਦਾ ਸਾਜ਼ ਲੈ ਕੇ ਉਹ ਖਰੀਦਣ ਵਾਸਤੇ ਭੇਜਿਆ ਹੈ। ਕਹਿਓ ਮੋਲ ਭਗਨੀ ਤੇ ਲੇਜਾ। ਤੇ ਕਿਹਾ ਹੈ ਕਿ ਜਿਹੜਾ ਰਬਾਬ ਲਿਆਉਣੀ ਉਹਦਾ ਮੁੱਲ ਹੈ ਉਹ ਸਾਡੇ ਭੈਣ ਤੇ ਪਾਸੋਂ ਲੈ ਜਾ। ਭਨਤ ਨਾਨਕੀ ਭਲਾ ਭਇਓ ਹੈ। ਭੈਣ ਨਾਨਕੀ ਜੀ ਕਹਿਣ ਲੱਗੇ ਵੀ ਭਾਈ ਮਰਦਾਨਾ ਜੀ ਆ ਤੇ ਬਹੁਤ ਚੰਗਾ ਹੋਇਆ ਹੈ। ਜੇ ਤੂੰ ਭਰਾਤਾ ਨਿਕਟ ਰਹਿਓ ਹੈ। ਜੇ ਤੁਸਾਂ ਨੇ ਸਾਡੇ ਭਰਾ ਦੇ ਕੋਲ ਰਹਿਣਾ, ਇੱਥੇ ਸੁਲਤਾਨਪੁਰੀ ਉਹਨਾਂ ਨਾਲ ਹੀ ਮਿਲਣਾ ਵਰਤਣਾ, ਹਰ ਵਕਤ ਰਹਿਣਾ, ਇਹ ਤੇ ਬੜੀ ਚੰਗੀ ਗੱਲ ਹੋ ਗਈ ਹੈ। ਦੋਹਰਾ ਇੱਕ ਰਬਾਬ ਕਿਆ ਵਸਤ ਹੈ। ਭੈਣ ਨਾਨਕੀ ਜੀ ਨੇ ਕਿਹਾ, ਮਰਦਾਨਾ ਜੀ, ਇੱਕ ਰਬਾਬ ਦੀ ਇੱਕ ਜਿਹੜੀ ਰਬਾਬ ਵਸਤੂ ਇਹ ਭਲਾ ਕੀ ਹੈ ਵੀ ਇੱਕ ਰਬਾਬ ਦੀ ਕੀ ਗੱਲ ਹੈ। ਸਤ ਰਬਾਬ ਲੈ ਦਿਓ। ਮੈਂ ਤੇ ਆਪਣੇ ਭਰਾ ਤੋਂ ਵਾਰੀ ਜਾਵਾਂ, ਮੈਂ ਤੇ 100 ਜਿਹੜਾ ਰਬਾਬ ਤੈਨੂੰ ਲੈ ਕੇ ਦੇ ਦਿਆਂ। ਬਦ ਹੋ ਜਾਏ ਸੋਦਰ ਜਸੋ। ਹੁਣ ਤੁਸੀਂ ਜਾਓ ਸਾਡੇ ਭਰਾ ਪਾਸ, ਉਹਨਾਂ ਦੇ ਕੋਲ ਛੇਤੀ ਜਾਓ ਤੇ ਸਾਡੇ ਵੱਲੋਂ ਆਖੋ। ਸਦਨਹ ਬਦਨ ਦੇਖਿਓ। ਕਿਆ ਹੈ, ਕਹੋ ਜਾ ਕੇ ਵੀ ਤੁਹਾਡੇ ਭੈਣ ਨਾਨਕੀ ਜੀ ਕਹਿੰਦੇ ਕਿ ਮਹਾਰਾਜ ਆਪਣਾ ਜਿਹੜਾ ਮੁਖ ਹੈ ਸੋਹਣਾ ਉਹ ਘਰ ਆ ਕੇ ਦਿਖਾਓ, ਦਰਸ਼ਨ ਦਿਓ ਜੀ। ਚੌਪਈ
ਸੁਨ ਕਰ ਗਵਨਿਓ ਪੁਨ ਮਰਦਾਨਾ। ਸੁਣ ਕਰਕੇ ਭਾਈ ਮਰਦਾਨਾ ਚੱਲ ਪਿਆ ਉਧਰ। ਤੁਮਤ ਹਕਾਰ ਹੈ ਕਿਰਪਾ ਨਿਧਾਨਾ। ਕਿਆ ਹੈ ਕਿ ਸੱਚੇ ਕਿਰਪਾ ਦੇ ਖਜ਼ਾਨੇ ਗੁਰੂ ਜੀ ਤੁਹਾਡੇ ਭੈਣ ਨਾਨਕੀ ਜੀ ਨੇ ਤੁਹਾਨੂੰ ਸੱਦਿਆ ਹੈ। ਦਰਸ਼ਨ ਕੀ ਅਰ ਬਹੁ ਅਬਲਾਖਾ। ਉਹਨਾਂ ਨੂੰ ਉਹਨਾਂ ਦੇ ਹਿਰਦੇ ਵਿੱਚ ਤੁਹਾਡੇ ਦਰਸ਼ਨ ਕਰਨ ਦੀ ਬਹੁਤ ਚਾਹਨਾ ਇੱਛਾ ਹੈ। ਸਾਤਰ ਬਾਪ ਲੈ ਦਿਓ ਭਾਖਾ। ਜਦੋਂ ਮੈਂ ਕਿਹਾ ਕਿ ਤੁਹਾਡੇ ਭਰਾ ਜੀ ਨੇ ਭੇਜਿਆ ਤੇ ਮੁੱਲ ਲੈਣ ਆਇਆ ਹਰ ਬਾਬ ਦਾ, ਉਹਨਾਂ ਨੇ ਕਿਹਾ ਵੀ ਭਾਈ ਮਰਦਾਨਾ ਇੱਕ ਰਬਾਬ ਦੀ ਕੀ ਗੱਲ ਕਰਦੇ ਹੋ, ਅਸੀਂ ਤੇ ਤੁਹਾਨੂੰ 100 ਰਬਾਬ ਲੈ ਕੇ ਦੇ ਦਿਆਂਗੇ। ਸੁਣ ਕਰ ਬੋਲੇ ਦੀਨ ਦਿਆਲਾ। ਸੁਣ ਕਰਕੇ ਜੋ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਮਹਾਰਾਜ ਬਚਨ ਬੋਲੇ ਹੈ। ਮੋਤੇ ਭਗਨੀ ਬੈਸ ਵਿਸਾਲਾ। ਕਿਹਾ ਹੈ ਕਿ ਭਾਈ ਮਰਦਾਨਾ ਜੀ ਜੋ ਸਾਡੇ ਵੱਡੀ ਭੈਣ ਹੈ ਨਾ ਨਾਨਕੇ ਜੀ, ਉਹ ਤੋਂ ਉਮਰ ਵਿੱਚੋਂ ਸਾਡੇ ਤੋਂ ਵੱਡੇ ਹਨ। ਤਿਹਰ ਜਾਏ ਹੋ ਮੇਟ ਬਨਾਹੀ। ਇਸ ਕਰਕੇ ਸਾਡਾ ਫਰਜ਼ ਬਣਦਾ ਹੀ ਸਤਿਕਾਰ ਕਰਦੇ। ਉਹਨਾਂ ਦੀ ਜਿਹੜੀ ਆਗਿਆ ਅਸੀਂ ਕਿਸੇ ਤਰ੍ਹਾਂ ਵੀ ਕਿਸੇ ਸਮੇਂ ਮੇਟ ਨਹੀਂ ਸਕਦੇ। ਇਉਂ ਭਨ ਚੱਲੇ ਭਗਨ ਕਰ ਜਾਹੀ। ਇਉਂ ਕਹਿ ਕਰਕੇ ਮਹਾਰਾਜ ਭੈਣ ਨਾਨਕੀ ਜੀ ਦੇ ਘਰ ਨੂੰ ਚੱਲੇ ਜਿੱਥੇ ਉਹਨਾਂ ਦਾ ਘਰ ਹੈ। ਮੰਦ ਮੰਦ ਜਿਨ ਕੀ ਗਤ ਰੂਰੀ। ਜਿਨ੍ਹਾਂ ਜੋ ਸਤਿਗੁਰ ਜੀ ਹੌਲੀ ਹੌਲੀ ਚੱਲਦੇ ਐ ਸਹਿਜੇ ਸਹਿਜੇ, ਜਿਨ੍ਹਾਂ ਦੀ ਚਾਲ ਬੜੀ ਸੋਹਣੀ ਹੈ। ਤਰਹ ਜੇ ਧਿਆਨ ਕਾਮਨਾ ਪੂਰੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਐ, ਇਸੇ ਤਰ੍ਹਾਂ ਭਾਈ ਬਾਲਾ ਜੀ ਕਹਿੰਦੇ ਐ, ਭਾਈ ਜਦੋਂ ਗੁਰੂ ਨਾਨਕ ਸਾਹਿਬ ਜੀ ਹੌਲੀ ਹੌਲੀ ਚੱਲਦੇ ਐ, ਜਿਨ੍ਹਾਂ ਦੀ ਚਾਲ ਬੜੀ ਸੋਹਣੀ ਹੈ, ਜਿਹੜਾ ਉਸ ਸਮੇਂ ਦੇ ਚਿੱਤਰ ਨੂੰ ਯਾਦ ਕਰਕੇ ਉਸ ਸਮੇਂ ਸਤਿਗੁਰੂ ਜੀ ਦੀ ਚਾਲ ਨੂੰ ਚੱਲਦਿਆਂ ਹੋਇਆਂ ਗੁਰੂ ਜੀ ਦੇ ਚਰਨਾਂ ਦਾ ਧਿਆਨ ਧਰੇਗਾ, ਉਹਦੀ ਹਰ ਇੱਕ ਕਾਮਨਾ ਪੂਰੀ ਹੋ ਜਾਵੇਗੀ। ਗਮਨਤ ਮਰਦਾਨਾ ਪਛਾਤੀ। ਪਿੱਛੇ ਪਿੱਛੇ ਭਾਈ ਮਰਦਾਨਾ ਚੱਲਿਆ ਜਾ ਰਿਹਾ ਹੈ। ਸੁਨਹੁ ਕਥਾ ਸਰਬਹਿ ਸੁਖ ਦਾਤੀ। ਸਰਬਹਿ ਸੁਖ ਦਾਤੀ। ਸੰਗਤ ਜੀ ਇਸੇ ਤਰ੍ਹਾਂ ਸੁੱਖਾਂ ਨੂੰ ਦੇਣ ਵਾਲੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੀ ਕਥਾ ਹੈ ਉਹ ਹੋਰ ਅੱਗੇ ਸੁਣੋ। ਇਸੇ ਤਰ੍ਹਾਂ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਜੀ ਜੋ ਸੁੱਖਾਂ ਨੂੰ ਦੇਣ ਵਾਲੀ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਹੈ ਸ੍ਰੇਸ਼ਟ, ਉਹ ਅੱਗੋਂ ਵੀ ਸੁਣੀਏ ਆਪ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਮਰਦਾਨੇ ਕੋ ਪ੍ਰਸੰਗ ਵਰਣਨ ਨਾਮ 34ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ 34ਵਾਂ ਅਧਿਆਏ ਸਮਾਪਤ ਹੋਇਆ ਹੈ। ਜਿਵੇਂ ਭਾਈ ਮਰਦਾਨੇ ਦਾ ਆਉਣਾ ਹੋਇਆ, ਗੁਰੂ ਜੀ ਦੇ ਨਾਲ ਬਚਨ ਵਿਲਾਸ ਹੋਏ, ਉਹ ਪ੍ਰਸੰਗੇ ਦੇ ਵਿੱਚ ਆਇਆ ਹੈ। ਹੁਣ ਇੱਥੇ ਹੀ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਵਿਚਾਰਾਂ ਦੀ ਸਮਾਪਤੀ ਕਰੀਏ ਜੀ। ਮੰਦ ਮੰਦ ਜਿਨ ਕੀ ਗਤ ਰੂਰੀ। ਤਰਹ ਜੇ ਧਿਆਨ ਕਾਮਨਾ ਪੂਰੀ। ਗਵਨਤ ਮਰਦਾਨਾ ਪਛਾਤੀ। ਸੁਨਹੁ ਕਥਾ ਸਰਬਹਿ ਸੁਖ ਦਾਤੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਮਰਦਾਨੇ ਕੋ ਪ੍ਰਸੰਗ ਵਰਣਨ ਨਾਮ 34ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।